ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਅਤੇ ਭਾਈ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਪੀਐਸ ਦਾ ਟੈਸਟ, ਪੀਐਸ ਟੈਟ ਦਾ ਪਹਿਲਾ ਲੈਕਚਰ। ਠੀਕ ਹੈ, ਪੀਐਸ ਟੈਟ ਦਾ ਪਹਿਲਾ ਲੈਕਚਰ ਦੇਖਦੇ ਕਿੰਨਾ ਤੁਹਾਡਾ ਰਿਸਪੌਂਸ ਮਿਲਦਾ ਹੈ ਲੈਕਚਰਾਂ ਨੂੰ। ਜੇ ਤੁਹਾਡਾ ਲੈਕਚਰਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਤਾਂ ਤੁਹਾਨੂੰ ਜਿੱਦੇ ਤੁਹਾਡਾ ਪੇਪਰ ਹੈ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਸਾਰਾ ਸਿਲੇਬਸ ਕੰਪਲੀਟ ਕਰ ਦਾਂਗੇ। ਆਪਣਾ ਸਭ ਤੋਂ ਪਹਿਲਾ ਟਾਰਗੇਟ ਹੈਗਾ ਪੋਲਿਟੀ ਤੋਂ ਬਾਅਦ ਮਾਡਰਨ ਹਿਸਟਰੀ ਤੋਂ ਬਾਅਦ ਆਪਣੀ ਜਿਹੜੀ ਪਿਛਲੀ ਹਿਸਟਰੀ ਹੁੰਦੀ ਹੈ ਪ੍ਰਾਚੀਨ ਕਾਲ ਦੀ ਹਿਸਟਰੀ। ਠੀਕ ਹੈ, ਪਲੱਸ ਜਿਹੜੀ ਵੀ ਨਵੇਂ ਹੈੱਡਕੁਆਟਰ ਹੈ, ਨੈਸ਼ਨਲ ਪਾਰਕ ਹੈ, ਜਿਹੜੇ ਪੇਪਰ 'ਚ ਪੁੱਛੇ ਜਾਂਦੇ ਆ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਅਤੇ ਉਹ ਚੰਗੀ ਤਰ੍ਹਾਂ ਆਪਾਂ ਕਲੀਅਰ ਕਰਾਂਗੇ ਸਾਰੇ। ਠੀਕ ਹੈ, ਅੱਜ ਤੁਸੀਂ ਦੱਸਣਾ ਕਿ ਪੋਲਿਟੀ ਦਾ ਤੁਹਾਨੂੰ ਕਿਵੇਂ ਲੱਗਿਆ ਲੈਕਚਰ ਮੇਰਾ, ਅਤੇ ਜ਼ਰੂਰ ਦੱਸਣਾ ਇਹ। ਠੀਕ ਹੈ, ਅਤੇ ਇਹਦੇ ਵਿੱਚ ਦੇਖੋ ਇਹ ਲੈਕਚਰ ਇਹ PDF ਮੇਰੇ ਪਹਿਲਾਂ ਦੇ ਬਣੇ ਹੋਏ ਆ। ਠੀਕ ਹੈ, ਅਤੇ ਇਹਦੇ ਵਿੱਚ ਮੈਂ ਇੱਕ ਦੋ ਚੀਜ਼ਾਂ ਹੋਰ ਐਡ ਕਰਦਾ ਜਾਊਂਗਾ, ਜਿਹੜੀਆਂ ਉਹ ਚੀਜ਼ਾਂ ਮੈਂ ਐਡ ਕਰਦਾ ਜਾਊਂਗਾ। ਠੀਕ ਹੈ, ਅਤੇ ਉਹਦਾ ਕੀ ਪ੍ਰੋਸੈਸ ਹੋਣਾ ਗਾ ਉਹ ਤੁਸੀਂ ਆ ਰਹੇ ਜਾਂ ਤਾਂ ਕਾਪੀ 'ਤੇ ਨੋਟ ਕਰਦੇ ਰਹੋ। ਠੀਕ ਹੈ, ਕਾਪੀ 'ਤੇ ਨੋਟ ਕਰ ਲਿਓ ਨਾਲ ਦੇ ਨਾਲ, ਕਿਉਂਕਿ ਐਡੇ ਵੱਡੇ ਪੁਆਇੰਟ ਵਿੱਚ ਰਹਿ ਜਾਂਦੇ ਹੁੰਦੇ ਆ। ਜਿਵੇਂ ਤੁਸੀਂ ਫਸਟ ਲੈਕਚਰ ਲਿਖ ਲਓ, ਫਸਟ ਲੈਕਚਰ ਦੇ ਨਾਲ ਆਹ PDF ਤਾਂ ਤੁਹਾਨੂੰ ਮਿਲ ਜਾਇਆ ਕਰੂਗਾ। ਇਹ PDF ਤੁਹਾਨੂੰ ਮੈਂ ਟੈਲੀਗ੍ਰਾਮ ਦੇ ਵਿੱਚ ਸੈਂਡ ਕਰ ਦਿਆ ਕਰੂੰਗਾ ਨਾਲ ਦੇ ਨਾਲ। ਠੀਕ ਹੈ, ਅਤੇ ਉੱਥੋਂ ਤੁਸੀਂ ਇਹ ਡਾਊਨਲੋਡ ਕਰ ਸਕਦੇ ਹੋ। ਓਕੇ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਰਿਸਪੌਂਸ ਦੇਖਣਾ ਭਾਈ ਤੁਹਾਡਾ ਕਿਵੇਂ ਮਿਲਿਆ। ਜੇ ਤੁਹਾਨੂੰ ਲੱਗਿਆ ਮੇਰਾ ਲੈਕਚਰ ਬਹੁਤ ਵਧੀਆ ਹੈਗੇ, ਰਿਸਪੌਂਸ ਮਿਲਿਆ ਤਾਂ ਫਿਰ ਮੈਂ ਅੱਗੇ ਪੜ੍ਹਾਊਂਗਾ, ਨਹੀਂ ਫਿਰ ਆਪਾਂ ਲੈਕਚਰ ਤੁਹਾਨੂੰ ਪਤਾ ਕਿ ਫਿਰ ਹੋਰ ਵੀ ਮੇਰੇ ਕੋਲ ਬਹੁਤ ਕਲਾਸਾਂ, ਫਿਰ ਕਿਉਂ ਟਾਈਮ ਖਰਾਬ ਕਰਨਾ। ਠੀਕ ਹੈ, ਅਤੇ ਤੁਸੀਂ ਦੱਸੋ ਭਾਈ ਤੁਹਾਨੂੰ ਕਿਵੇਂ ਲੱਗਿਆ, ਤੰਤ ਲੱਗਿਆ ਪੜ੍ਹਾਈ 'ਚ ਕਿ ਨਹੀਂ ਲੱਗਿਆ। ਠੀਕ ਹੈ, ਬਾਕੀ ਤੁਸੀਂ ਆਪ ਸਿਆਣੇ ਹੋ। ਚਲੋ ਜੀ, ਪਹਿਲੇ ਲੈਕਚਰ ਦੀ ਗੱਲ ਕਰਦੇ ਹਾਂ ਪੋਲਿਟੀ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੋਲਿਟੀ ਦੇ ਪਹਿਲੇ ਲੈਕਚਰ ਦੇ ਵਿੱਚ ਸੰਵਿਧਾਨ ਦੀ। ਠੀਕ ਹੈ, ਸੰਵਿਧਾਨ ਕੀ ਹੁੰਦਾ, ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ ਕਿ ਸੰਵਿਧਾਨ ਕੀ ਹੁੰਦਾ ਹੈ। ਸੰਵਿਧਾਨ ਇੱਕ ਹੈਗਾ ਰੂਲ, ਸੰਵਿਧਾਨ ਨੂੰ ਆਪਾਂ ਇੱਕ ਰੂਲ ਕਹਾਂਗੇ। ਦੇਖੋ, ਜੇ ਕੁਦਰਤੀ ਸੰਵਿਧਾਨ ਹੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਕਰਕੇ ਆਪਣਾ ਮੁਲਕ ਬਚਿਆ ਹੋਇਆ। ਸਮਝਦੇ ਹੋ ਗੱਲ, ਸੰਵਿਧਾਨ ਕਰਕੇ ਆਪਣਾ ਮੁਲਕ ਬਚਿਆ ਹੋਇਆ। ਮੈਨੂੰ ਐਂ ਲੱਗਦਾ ਕਿ ਜੇ ਸੰਵਿਧਾਨ ਨਾ ਹੋਵੇ, ਜੇ ਕਹਿ ਦੇਣ ਆਪਣੇ ਇੱਥੇ ਸਰਕਾਰ ਕਹਿ ਦੇ ਜਾਂ ਮੋਦੀ ਸਾਹਿਬ ਕਹਿ ਦੇਣ ਕਿ ਭਾਈ 1 ਘੰਟਾ ਤੁਹਾਨੂੰ ਆਜ਼ਾਦੀ, ਕਿ ਸੰਵਿਧਾਨ 1 ਘੰਟੇ ਵਾਸਤੇ ਸਸਪੈਂਡ ਹੈਗਾ ਅਤੇ ਜਿਹੜਾ ਕੁਛ ਕਰਨਾ ਕਰ ਦਿਓ, ਤਾਂ ਮੈਨੂੰ ਇਹ ਲੱਗਦਾ ਕਿ ਲੋਕ ਇੱਕ ਦੂਜੇ ਨੂੰ ਵੀ ਮਾਰ ਦੇਣਗੇ। ਕਿਉਂ ਮਾਰ ਦੇਣਗੇ? ਕਿਉਂਕਿ ਜਿਹੜੀ ਸਜ਼ਾ ਮਿਲਣੀ ਹੈ ਉਹ ਵੀ ਸੰਵਿਧਾਨ ਨੇ ਦੇਣੀ ਹੈ। ਠੀਕ ਹੈ, ਜੇ ਕਿਸੇ ਦੇ ਨਾਲ ਕੋਈ ਧੱਕਾ ਹੁੰਦਾ ਉਹਨੂੰ ਨਿਆਂ ਦਿਵਾਉਣਾ ਉਹ ਵੀ ਸੰਵਿਧਾਨ ਨੇ ਦਿਵਾਉਣਾ। ਠੀਕ ਹੈ, ਜੇ ਕਿਸੇ ਨੂੰ ਕੋਈ ਰੈਂਕ 'ਤੇ ਬੈਠ ਕੇ ਬੰਦਾ ਕੋਈ ਗਲਤ ਕੰਮ ਕਰ ਰਿਹਾ ਉਹਨੂੰ ਰੈਂਕ ਤੋਂ ਲਾਉਣਾ ਉਹ ਵੀ ਸੰਵਿਧਾਨ ਨੇ ਲਾਉਣਾ ਗਾ। ਜੇ ਕਿਸੇ ਦੇਸ਼ ਨਾਲ ਕੋਈ ਸੰਧੀ ਕਰਨੀ ਹੈ ਕਾਹਦੇ ਕਰਕੇ ਕਰੀ ਜਾਊਗੀ, ਉਹ ਵੀ ਸੰਵਿਧਾਨ ਦੇ ਅੰਦਰ ਰਹਿ ਕੇ ਕਰੀ ਜਾਊਗੀ। ਜੇ ਕੋਈ ਬੰਦਾ ਚੋਰੀ ਕਰਦਾ, ਡਾਕਾ ਕਰਦਾ, ਕਿਸੇ ਨੂੰ ਕਤਲ ਕਰਦਾ ਤਾਂ ਉਹਨੂੰ ਜਿਹੜੀ ਫਾਂਸੀ ਦੀ ਸਜ਼ਾ ਦੇਣੀ ਹੈ ਜਾਂ ਕੋਈ ਵੀ ਸਜ਼ਾ ਦੇਣੀ ਹੈ ਉਹ ਵੀ ਸੰਵਿਧਾਨ ਦੇ ਥਰੂ ਦਿੱਤੀ ਜਾਊਗੀ। ਜੇ ਤੁਸੀਂ ਇਹ ਸਮਝ ਲਓ ਕਿ ਸੰਵਿਧਾਨ ਇਹ ਸਰਕਾਰ ਆਏ ਕਹਿੰਦੀ ਕਿ 1 ਘੰਟੇ ਬਾਅਦ ਸੰਵਿਧਾਨ ਖਤਮ ਹੈ ਭਾਈ, ਤਾਂ ਮੈਨੂੰ ਐਂ ਲੱਗਦਾ ਕਿ ਇੱਥੇ ਮੁਲਕ 'ਚ ਬਚਣੀ ਨਹੀਂ, ਉਹ ਮਰ ਜਾਓਗੇ ਲੜ ਕੇ। ਦੇਖਿਆ ਤਾਂ ਹੈਗਾ ਆਪਣੇ ਆਂਢੀ ਗੁਆਂਢੀਆਂ ਦਾ ਕੀ ਕੰਮ ਹੁੰਦਾ, ਘਰੇ ਦਾ ਭਾਵੇਂ ਕੁਛ ਮਰਜ਼ੀ ਹੋਈ ਜਾਂਦਾ ਹੋਵੇ, ਦੂਸਰੇ ਬੰਨੇ ਵੱਧ ਧਿਆਨ ਹੁੰਦਾ ਕਿ ਸਾਡੇ ਯਾਰ ਆਂਢ ਗੁਆਂਢ 'ਚ ਕੀ ਹੋਈ ਜਾਂਦਾ। ਫਲਾਨਿਆਂ ਦੇ ਕੌਣ ਆਇਆ ਸੀ, ਉਹਨਾਂ ਦੀ ਕੁੜੀ ਨੂੰ ਦੇਖਣ ਆਏ ਸੀ, ਕੁੜੀ ਕਿੱਥੇ ਵਿਆਹੀ ਹੈ, ਪ੍ਰਾਹੁਣਾ ਕੀ ਕਰਦਾ ਹੈ, ਆਪਣੇ ਆਹ ਗੱਲਾਂ ਦੇ ਵਿੱਚ ਵਿਅਸਤ ਹੁੰਦੇ ਆ। ਠੀਕ ਹੈ, ਨਹੀਂ ਤਾਂ ਆਪਣੇ ਲੋਕ ਉਹ ਕੁੱਟ ਮਾਰਦੇ ਨੇ ਇੱਕ ਦੂਜੇ ਨੂੰ ਖਹਿਬਾਜ਼ੀ ਦੇ ਵਿੱਚ ਹੀ। ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਬਚਾ ਕੇ ਰੱਖਿਆ ਹੋਇਆ, ਇਹ ਰੱਖਿਆ ਹੋਇਆ ਆਪਣੇ ਸੰਵਿਧਾਨ ਨੇ। ਠੀਕ ਹੈ, ਸੰਵਿਧਾਨ ਦੇ ਬਚਾ ਕੇ ਰੱਖਿਆ ਹੋਇਆ ਹੈਗਾ। ਦੇਖੋ, ਆਪਣਾ ਜਿਹੜਾ ਆਪਣੇ ਜਿਹੜੀਆਂ ਚੀਜ਼ਾਂ ਨੇ ਲਾਅ ਬਣਾਇਆ, ਲਾਅ ਬਣਾਉਣ ਵਾਸਤੇ ਆਪਣੀਆਂ 3 ਚੀਜ਼ਾਂ ਜ਼ਿੰਮੇਦਾਰ ਹੈ। ਉਹ 3 ਚੀਜ਼ਾਂ ਕਿਹੜੀਆਂ ਦੇਖੋ, ਇਹ ਐਕਸਟਰਾ ਪੁਆਇੰਟ ਲਿਖ ਲਿਆ ਕਰੋ ਨਾਲ। ਸਭ ਤੋਂ ਪਹਿਲਾਂ ਤਾਂ ਹੈਗੀ ਆਪਣੀ ਲੈਗਸਲੇਚਰ, 2 ਤੇ ਹੈਗੀ ਆਪਣੀ ਐਕਸੀਕਿਊਟਿਵ, 3 ਤੇ ਹੈਗੀ ਆਪਣੀ ਜੁਡੀਸ਼ਰੀ। ਹੁਣ ਇਹ ਨਾ ਉਲਝ ਜਾਓ ਕਿ ਹਾਏ ਅੰਗਰੇਜ਼ੀ ਆ ਗਈ, ਤੁਹਾਨੂੰ ਪੰਜਾਬੀ ਦੇ ਵਿੱਚ ਦੱਸਦਾ। ਲੈਗਸਲੇਟਿਵ ਕਿਹਨੂੰ ਕਹਿੰਦੇ, ਲੈਗਸਲੇਚਰ ਕਿਹਨੂੰ ਕਹਿੰਦੇ? ਲੈਗਸਲੇਚਰ ਤਾਂ ਉਹਨੂੰ ਕਹਿੰਦੇ ਆ ਜਿਹੜੀ ਆਪਣੀ ਹੁੰਦੀ ਹੈਗੀ ਸੰਸਦ। ਠੀਕ ਹੈ, ਉਹਨੂੰ ਕਹਿ ਦਿੰਦੇ ਆ, ਇਹ ਸਾਰੇ ਪਾਰਟ ਆ ਸੰਸਦ ਦਾ। ਕਿਉਂਕਿ ਲੈਗਸਲੇਚਰ ਇਹੀ ਚੀਜ਼ ਹੈ ਜਿੱਥੇ ਕਾਨੂੰਨ ਬਣਾਏ ਜਾਂਦੇ ਆ। ਜਿਵੇਂ ਹੁਣ ਆਪਣੇ ਦੇਖੋ, ਆਪਣੇ ਕਾਨੂੰਨ ਬਣੇ ਸੀ ਮੋਦੀ ਨੂੰ ਲੈ ਕੇ। ਮੋਦੀ ਸਾਹਿਬ ਨੇ ਆਪਣੇ ਕਾਨੂੰਨ ਬਣਾਏ ਸੀ, 3 ਬਿੱਲ ਬਣਾਏ ਸੀ ਕਿਸਾਨਾਂ ਨੂੰ ਲੈ ਕੇ। ਠੀਕ ਹੈ, ਕਿਸਾਨੀ ਨੂੰ ਲੈ ਕੇ, ਕਿਉਂਕਿ ਜਦੋਂ ਇਹਨਾਂ ਨੇ ਦੇਖਿਆ ਕਿ ਕਿਸਾਨੀ ਇੱਕ ਇਹੋ ਜਿਹਾ ਧੰਦਾ ਗਾ ਜਿਹੜਾ ਕਦੇ ਵੀ ਘਾਟੇ 'ਚ ਨਹੀਂ ਗਿਆ। ਕਰੋਨਾ ਦੇ ਟਾਈਮ ਦੇ ਦੌਰਾਨ ਵੀ ਹੋਰ ਸਾਰੇ ਮਤਲਬ ਜਿੰਨੇ ਵੀ ਬਿਜ਼ਨਸ ਸੀ ਉਹਨਾਂ 'ਚ ਘਾਟਾ ਪੈ ਗਿਆ ਸੀ। ਤਾਂ ਉਹਨਾਂ ਨੇ ਇਹ ਸੋਚਿਆ ਅੰਬਾਨੀ ਸਾਹਿਬ ਨਾਲ ਰਲ ਕੇ ਕਿਉਂ ਨਾ ਆਪਾਂ ਬਿੱਲ ਪੇਸ਼ ਕਰਕੇ ਇਹਨੂੰ ਵੀ ਆਪਦੇ ਹੱਥਾਂ 'ਚ ਲੈ ਲਈਏ। ਠੀਕ ਹੈ, ਕਹਿਣ ਦਾ ਮਤਲਬ ਜਿਹੜਾ ਤਾਂ ਕੋਈ ਵੀ ਸੰਸਥਾ ਜਿਹੜੀ ਰੂਲ ਬਣਾਉਂਦੀ ਹੈ ਉਹਨੂੰ ਆਪਾਂ ਕਹਿ ਲੈਗਸਲੇਚਰ। ਠੀਕ ਹੈ, ਇਸ ਤੋਂ ਬਾਅਦ ਆ ਗਏ ਐਕਸੀਕਿਊਟਿਵ ਹੁੰਦਾ ਕਾਰਿਆਪਾਲਿਕਾ ਕਹਿ ਦਿੰਦੇ ਜਿਹਨੂੰ ਆਪਾਂ, ਮੈਨੂੰ ਅੰਗਰੇਜ਼ੀ ਦੇ ਵਿੱਚ ਲਿਖਣਾ ਨਹੀਂ ਹੁੰਦਾ, ਪੰਜਾਬੀ 'ਚ ਕਾਰਿਆਪਾਲਿਕਾ ਲਿਖ ਦਿਓ।
ਇਹ ਐਕਸੀਕਿਊਟ ਵੀ ਨਹੀਂ ਹੁੰਦਾ ਕਿਸੇ ਚੀਜ਼ ਨੂੰ ਲਾਗੂ ਕਰਨਾ। ਆਪਾਂ ਕਹਿੰਦੇ ਨੇ ਕੰਪਿਊਟਰ, ਜਿਹੜੇ ਬੱਚੇ ਨੇ ਕੰਪਿਊਟਰ ਨਾਲ ਸੰਬੰਧਿਤ ਉਹ ਕਹਿੰਦੇ ਹੋਣਗੇ ਆਪਾਂ ਕੰਪਿਊਟਰ ਦੇ ਵਿੱਚ ਆਹ ਪ੍ਰੋਗਰਾਮ ਐਗਜ਼ੀਕਿਊਟ ਕਰਤੀ ਆ ਚੀਜ਼ ਆਪਾਂ। ਇਹਦਾ ਮਤਲਬ ਹੁੰਦਾ ਆਹ ਤਾਂ ਹੈਗਾ ਰੂਲ ਬਣਾਉਂਦੇ, ਆਹ ਹੈਗਾ ਰੂਲ ਚਲਾਉਂਦੇ, ਅੱਗੇ ਲਾਗੂ ਕਰਦੇ ਆ ਰੂਲ। ਠੀਕ ਹੈ। ਅਤੇ ਜੁਡੀਸ਼ਰੀ ਕਿਹੜੀ ਹੈ? ਜੁਡੀਸ਼ਰੀ ਆ ਜਾਂਦੀ ਆਪਣੀ ਨਿਆਂਪਾਲਿਕਾ। ਠੀਕ ਹੈ। ਪੁੱਛ ਲੈਂਦੇ ਆ ਕਿ ਆਪਣੇ ਸੰਵਿਧਾਨ ਦੇ ਮੁੱਖ 3 ਅੰਗ ਕਿਹੜੇ ਆ। ਆਪਣੇ ਸੰਵਿਧਾਨ ਦੇ ਮੁੱਖ 3 ਅੰਗ ਹੈਗੇ। ਕਿੰਨੇ ਅੰਗ ਆਪਣੇ ਸੰਵਿਧਾਨ ਦੇ ਮੁੱਖ? 3 ਅੰਗ। ਪਹਿਲਾ ਪ੍ਰਸ਼ਨ ਇੱਥੋਂ ਬਣੂਗਾ ਕਿ ਆਪਣੇ ਸੰਵਿਧਾਨ ਦੇ ਕੋਲ ਕਿੰਨੇ ਅੰਗ ਨੇ? 3 ਅੰਗ ਨੇ ਆਪਣੇ ਸੰਵਿਧਾਨ ਦੇ। ਇਹ ਗੱਲ ਯਾਦ ਰੱਖਣੀ ਹੈ। ਕਿਹੜੇ ਕਿਹੜੇ? ਲੈਗਸਲੇਚਰ ਜੋ ਕਿ ਰੂਲ ਬਣਾਉਂਦੇ ਆ, ਐਗਜ਼ੀਕਿਊਟਿਵ ਜੋ ਕਿ ਰੂਲ ਲਾਗੂ ਕਰਦੇ ਆ, ਜੁਡੀਸ਼ਰੀ ਜੋ ਕਿ ਆਪਾਂ ਨੂੰ ਨਿਆਂ ਦਿੰਦੀ ਹੈ। ਠੀਕ ਹੈ। ਇੱਥੋਂ ਪ੍ਰਸ਼ਨ ਬਣਨਗੇ ਇੱਕ। ਇਸ ਤੋਂ ਬਾਅਦ ਗੱਲ ਕਰਦੇ ਆਪਾਂ ਅੱਗੇ। ਹੁਣ ਜਿਹੜੀ ਗੱਲ ਉੱਪਰ ਲਿਖੀ ਹੋਈ ਹੈ, ਹੁਣ ਪੁੱਛਿਆ ਜਾਊਗਾ ਜਿਹੜਾ ਸੰਵਿਧਾਨ ਦਾ ਨਿਰਮਾਣ ਕੀਤਾ ਸੀ ਇਹ ਕਿਹੜੇ ਮਿਸ਼ਨ ਨੇ ਕੀਤਾ ਸੀ? ਤਾਂ ਕੈਬਨਿਟ ਮਿਸ਼ਨ ਸੀ ਭਾਈ। ਜਿਹੜਾ ਕਿਹੜਾ ਮਿਸ਼ਨ ਸੀ? ਕੈਬਨਿਟ ਮਿਸ਼ਨ। ਕੈਬਨਿਟ ਮਿਸ਼ਨ ਦੇ ਹਿਸਾਬ 'ਤੇ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਸੀ। ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ ਕਿ ਜਿਹੜਾ ਆਪਣਾ ਸੰਵਿਧਾਨ ਬਣਾਇਆ ਗਿਆ ਸੀ, ਠੀਕ ਹੈ, ਜਿਹੜਾ ਆਪਣਾ ਸੰਵਿਧਾਨ ਕੌਂਸਟੀਟਿਊਸ਼ਨ ਸੰਵਿਧਾਨ ਬਣਾਇਆ ਸੀ ਆਪਣਾ, ਉਹ ਕਿਹੜੇ ਮਿਸ਼ਨ ਦੇ ਆਧਾਰ 'ਤੇ ਬਣਿਆ ਸੀ? ਤਾਂ ਇਹ ਬਣਿਆ ਸੀ ਕੈਬਨਿਟ ਮਿਸ਼ਨ ਦੇ ਆਧਾਰ 'ਤੇ। ਪੁੱਛਿਆ ਜਾਊਗਾ ਸੰਵਿਧਾਨ ਕਿਹੜੇ ਮਿਸ਼ਨ ਦੇ ਆਧਾਰ 'ਤੇ ਬਣਾਇਆ ਗਿਆ ਸੀ? ਸੰਵਿਧਾਨ ਬਣਾਇਆ ਗਿਆ ਸੀ ਕੈਬਨਿਟ ਮਿਸ਼ਨ ਦੇ ਆਧਾਰ 'ਤੇ। ਪਹਿਲਾ ਪ੍ਰਸ਼ਨ ਇੱਥੇ ਬਣ ਗਿਆ। ਕੈਬਨਿਟ ਮਿਸ਼ਨ ਦੇ ਆਧਾਰ 'ਤੇ ਕੀ ਬਣਾਇਆ ਗਿਆ ਸੀ? ਸੰਵਿਧਾਨ ਬਣਾਇਆ ਗਿਆ ਸੀ। ਦੂਸਰਾ ਪ੍ਰਸ਼ਨ ਕੀ ਬਣਨਾ ਹੈ? ਕੈਬਨਿਟ ਮਿਸ਼ਨ ਕਦੋਂ ਆਇਆ ਸੀ? ਕੈਬਨਿਟ ਮਿਸ਼ਨ ਆਇਆ ਸੀ 1946 ਦੇ ਵਿੱਚ। 3 ਪ੍ਰਸ਼ਨ ਬਣ ਗਏ। ਹੁਣ ਦੇਖੋ ਇੱਥੇ ਰਿਵੀਜ਼ਨ ਕਰੀ ਚੱਲਾਂਗੇ ਆਪਾਂ, ਤੁਹਾਨੂੰ ਦੁਬਾਰੇ ਲੈਕਚਰ ਲਾਉਣ ਦੀ ਲੋੜ ਨਹੀਂ ਪੈਣੀ। ਸੰਵਿਧਾਨ ਦੇ ਕਿੰਨੇ ਅੰਗ ਹੈ? 3 ਅੰਗ ਹੈ। ਕਿਹੜੇ ਕਿਹੜੇ? ਲੈਗਸਲੇਚਰ। ਨੰਬਰ 2 'ਤੇ ਕਿਹੜੇ? ਐਕਸੀਕਿਊਟਿਵ। ਨੰਬਰ 3 'ਤੇ ਕਿਹੜੇ? ਜੁਡੀਸ਼ਰੀ। 3 ਅੰਗ ਹੈ। ਲੈਗਸਲੇਚਰ ਕੀ ਕਰਦਾ ਹੈ? ਲੈਗਸਲੇਚਰ ਭਾਈ ਕਰਦਾ ਸੰਵਿਧਾਨ ਨੂੰ ਬਣਾਉਂਦਾ, ਉਹ ਕੋਈ ਵੀ ਰੂਲ ਬਣਾਉਂਦਾ ਹੈ। ਐਕਸੀਕਿਊਟਿਵ ਵੀ ਕਰਦਾ, ਕੋਈ ਵੀ ਚੀਜ਼ ਲਾਗੂ ਕਰਦਾ ਹੈ। ਨਿਆਂਪਾਲ ਕੀ ਕਰਦਾ? ਸਾਨੂੰ ਨਿਆਂ ਦਿਵਾਉਂਦਾ। ਬਸ 3 ਰੂਲ ਹੈ। ਇਸ ਤੋਂ ਬਾਅਦ ਪੁੱਛਿਆ ਗਿਆ ਸੀ ਸੰਵਿਧਾਨ ਬਣਾਉਣ ਦੇ ਵਿੱਚ ਕਿਹਦਾ ਅਹਿਮ ਰੋਲ ਹੈ? ਕਿਹੜਾ ਮਿਸ਼ਨ ਆਇਆ ਸੀ ਸੰਵਿਧਾਨ ਬਣਾਉਣ ਵਾਸਤੇ? ਕੈਬਨਿਟ ਮਿਸ਼ਨ। ਕਦੋਂ ਆਇਆ ਸੀ? 1946 ਦੇ ਵਿੱਚ। ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਹੁਣ ਜਿਹੜਾ ਕੈਬਨਿਟ ਮਿਸ਼ਨ ਆਇਆ ਸੀ, ਇਹ ਕੈਬਨਿਟ ਮਿਸ਼ਨ ਕੋਈ ਇਹ ਨਹੀਂ ਸੀ ਕੋਈ ਮਿਸ਼ਨ ਲੈ ਕੇ ਆਏ ਸੀ ਫੌਜੀ। ਇਹ ਕੈਬਨਿਟ ਮਿਸ਼ਨ ਦੇ ਵਿੱਚ 3 ਬੰਦੇ ਆਏ ਸੀ। ਕਿੰਨੇ ਬੰਦੇ ਆਏ ਸੀ ਕੈਬਨਿਟ ਮਿਸ਼ਨ ਦੇ ਵਿੱਚ? ਕੈਬਨਿਟ ਮਿਸ਼ਨ ਦੇ ਵਿੱਚ 3 ਬੰਦੇ ਆਏ ਸੀ। ਉਹ 3 ਬੰਦੇ ਕਿਹੜੇ ਕਿਹੜੇ ਕੈਬਨਿਟ ਮਿਸ਼ਨ ਦੇ ਵਿੱਚ ਜਿਹੜੇ ਆਏ ਸੀ ਉਹਨਾਂ ਦੇ ਨਾਂ ਯਾਦ ਕਰ ਲਿਓ, ਪੁੱਛਿਆ ਜਾਊਗਾ। ਸਭ ਤੋਂ ਪਹਿਲਾਂ ਆਇਆ ਸੀ A.V. ਅਲੈਗਜ਼ੈਂਡਰ। ਮੇਰਾ ਅੰਗਰੇਜ਼ੀ ਦੇ ਵਿੱਚ ਥੋੜ੍ਹਾ ਜਿਹਾ ਹੱਥ ਤੰਗ ਹੈਗਾ, ਮੇਰੀ ਮਤਲਬ ਲਿਖੂੰਗਾ ਤਾਂ ਸਹੀ, ਥੋੜ੍ਹਾ ਬੋਲਣ ਦੇ ਵਿੱਚ ਇੱਧਰ ਉੱਧਰ ਹੋ ਸਕਦਾ। ਨੰਬਰ 2 'ਤੇ ਕਿਹੜਾ ਆਇਆ ਸੀ? ਪੈਥਿਕ। ਨੰਬਰ 3 'ਤੇ ਕਿਹੜਾ ਆਇਆ ਸੀ? ਸਟੈਫੋਰਡ ਕ੍ਰਿਪਸ। ਹੁਣ ਇਹ ਨਾ ਕਹਿ ਦਿਓ ਕਿ ਕ੍ਰਿਪਸ ਮਿਸ਼ਨ ਕਹਿੰਦੇ, ਕ੍ਰਿਪਸ ਮਿਸ਼ਨ ਹੋਰ ਸੀ, ਉਹ ਅੱਗੇ ਆਇਆ ਸੀ। ਠੀਕ ਹੈ। ਤਾਂ ਇਹ 3 ਬੰਦੇ ਆਏ ਸੀ। ਕਾਹਦੇ ਵਿੱਚ ਆਏ ਸੀ? ਕੈਬਨਿਟ ਮਿਸ਼ਨ ਦੇ ਵਿੱਚ। ਕੌਣ ਕੌਣ ਆਏ ਸੀ? A.V. ਅਲੈਗਜ਼ੈਂਡਰ, ਪੈਥਿਕ, ਸਟੈਫੋਰਡ ਕ੍ਰਿਪਸ। ਠੀਕ ਹੈ। ਸਟੈਫੋਰਡ ਕ੍ਰਿਪਸ, ਇਹ 3 ਬੰਦੇ ਆਏ ਸੀ ਕੈਬਨਿਟ ਮਿਸ਼ਨ ਦੇ ਵਿੱਚ। ਹੁਣ ਇੱਕ ਗੱਲ ਹੋਰ ਦੇਖੀ ਜਾਂਦੀ ਹੈ, ਪਹਿਲਾਂ ਆਪਾਂ ਸਾਰੇ ਇਦੋਂ ਬਾਅਦ ਅੱਗੇ ਦੇਖਦੇ ਕੀ ਲਿਖਿਆ ਹੋਇਆ। ਆਹ ਆਪਣਾ ਸੰਵਿਧਾਨ ਆ ਭਾਈ ਜਿਹੜਾ ਪਿਆ ਹੈਗਾ। ਠੀਕ ਹੈ। ਇਹ ਚੀਜ਼ਾਂ ਤੁਸੀਂ ਲਿਖਣੀਆਂ ਹੋਣਗੀਆਂ। ਜਿਹੜਾ ਆਪਣਾ ਸੰਵਿਧਾਨ ਬਣ ਰਿਹਾ ਸੀ ਇਹਦੇ ਵਿੱਚ ਟੋਟਲ ਕਿੰਨੇ ਮੈਂਬਰ ਸੀ ਉਹ ਟਾਈਮ 'ਤੇ? ਠੀਕ ਹੈ। ਜਦੋਂ ਆਪਣਾ ਸੰਵਿਧਾਨ ਬਣ ਰਿਹਾ ਸੀ, ਹਾਂ ਇੱਕ ਗੱਲ ਹੋਰ, ਜਿਹੜੇ ਕੌਂਸਟੀਟਿਊਸ਼ਨ ਦਾ ਆਈਡੀਆ ਦਿੱਤਾ ਸੀ, ਇਹ ਜਿਹੜਾ ਸੰਵਿਧਾਨ ਦਾ ਆਈਡੀਆ ਦਿੱਤਾ ਸੀ ਇਹ ਕਿਸ ਨੇ ਦਿੱਤਾ ਸੀ? ਇਹ ਦਿੱਤਾ ਸੀ M.N. ਰੋਏ ਨੇ। M.N. ਰੋਏ ਪਹਿਲਾ ਬੰਦਾ ਹੈਗਾ ਜਿਹਨੇ ਸੰਵਿਧਾਨ ਦਾ ਆਈਡੀਆ ਦਿੱਤਾ ਸੀ। ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ, ਭੁੱਲਣੀ ਨਹੀਂ ਭੁੱਲ ਕੇ ਵੀ। ਠੀਕ ਹੈ। ਇਹ ਕਿਹੜੀ ਪਾਰਟੀ ਨਾਲ ਸੰਬੰਧਿਤ ਸੀ? M.N. ਰੋਏ। ਦੇਖੋ ਜਿਹੜਾ PS ਟੈਟ ਦਾ ਪੇਪਰ ਹੈਗਾ ਇਹ ਪੂਰੀ ਡੰਗਾਈ ਦੇ ਵਿੱਚ ਵੀ ਪੁੱਛਿਆ ਜਾਂਦਾ ਹੁੰਦਾ ਪ੍ਰਸ਼ਨ। ਆਪਾਂ ਕਹਿ ਦਿੰਦੇ ਭਾਈ 6ਵੀਂ ਤੋਂ ਲੈ ਕੇ 8ਵੀਂ ਤੱਕ ਦੀਆਂ ਕਿਤਾਬਾਂ ਦੇ ਵਿੱਚ ਆਉਂਦਾ। ਮੈਂ ਕਹਿੰਦਾ 6ਵੀਂ ਤੋਂ ਲੈ ਕੇ 8ਵੀਂ ਤੱਕ ਦੀਆਂ ਕਿਤਾਬਾਂ ਚੱਕ ਲਓ ਜੇ ਉਹਦੇ 'ਚ ਇਹ ਚੀਜ਼ਾਂ ਆ ਜਾਣ। ਠੀਕ ਹੈ। ਇਹ ਆਪਾਂ ਨੂੰ ਥੋੜ੍ਹੀ ਮੋਟੀ ਨੌਲੇਜ ਹਾਈ ਰੱਖਣੀ ਪਊ। ਜੇ 6ਵੀਂ ਤੋਂ ਲੈ ਕੇ 8ਵੀਂ ਤੱਕ ਆਉਂਦਾ ਹੋਵੇ ਫਿਰ ਤਾਂ ਅੱਜ ਤੱਕ ਤੁਹਾਡਾ ਸਾਰਿਆਂ ਦਾ ਕਲੀਅਰ ਹੋ ਜਾਣਾ ਸੀ। ਸਮਝਦੇ ਹੋ ਗੱਲ? ਤਾਂ ਥੋੜ੍ਹਾ ਜਿਹਾ ਨਾਲ ਆਪਦੇ ਨੋਟਸ ਬਣਾਉਂਦੇ ਚੱਲੋ। ਜਿਹੜਾ ਤਾਂ ਇਹਦੇ ਵਿੱਚ ਨੋਟਸ ਦੇ PDF ਜਿਹੜੀਆਂ ਚੀਜ਼ਾਂ ਮੈਂ ਲਿਖ ਰਿਹਾ ਇਹ ਤਾਂ ਵੀ ਤੁਹਾਨੂੰ ਆਪਦੀਆਂ ਕਾਪੀ ਰੱਡ ਲਿਖਣੀਆਂ ਪੈਣਗੀਆਂ, ਕਿਉਂਕਿ ਜੇ ਮੈਂ ਲਿਖਣ ਲੱਗ ਗਿਆ ਮੈਨੂੰ ਕਾਪੀ ਬਣਾਉਣੀ ਪਊਗੀ ਇੱਕ ਪੂਰੀ ਵੱਡੀ। ਠੀਕ ਹੈ। ਇਹ ਮੇਰੇ ਮੂੰਹ ਜ਼ਬਾਨੀ ਯਾਦ ਆ ਕਿ ਤੁਸੀਂ ਬਸ ਲਿਖੀ ਚੱਲੋ। ਸੰਵਿਧਾਨ ਦਾ ਆਈਡੀਆ ਕਿਹਨੇ ਦਿੱਤਾ ਸੀ? M.N. ਰੋਏ ਨੇ। ਅਤੇ M.N. ਰੋਏ ਕੌਣ ਸੀ? ਇੱਕ ਪਾਰਟੀ ਸੀ। ਕਿਹੜੀ ਪਾਰਟੀ ਸੀ? ਕਮਿਊਨਿਸਟ ਮੂਵਮੈਂਟ ਆਫ ਇੰਡੀਆ। ਉਹਦਾ ਕੀ ਸੀ? ਇਹ ਫਾਦਰ ਸੀ M.N. ਰੋਏ। ਠੀਕ ਹੈ।
ਇੱਥੋਂ ਤੱਕ ਗੱਲ ਕਰ ਲਈ ਆਪਾਂ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਜਿਹੜਾ ਆਪਣਾ ਸੰਵਿਧਾਨ ਬਣ ਰਿਹਾ ਸੀ ਉਦੋਂ ਇਹਦੇ 'ਚ ਕਿੰਨੇ ਮੈਂਬਰ ਸੀ? ਹਾਂ, ਇਹ ਤੋਂ ਬਾਅਦ ਪਹਿਲਾਂ ਥੱਲੇ ਚੱਲਦੇ ਆਪਾਂ। ਕਹਿੰਦੇ ਸਭ ਤੋਂ ਪਹਿਲਾਂ ਇਹ ਤਰ੍ਹਾਂ ਦੀਆਂ ਚੀਜ਼ਾਂ ਲਿਖ ਲਿਓ। ਸੰਵਿਧਾਨ ਦੀ ਸਭ ਤੋਂ ਪਹਿਲਾਂ ਮੰਗ ਕਿਸ ਨੇ ਕੀਤੀ ਸੀ? ਸਵਰਾਜ ਪਾਰਟੀ ਨੇ ਸੰਵਿਧਾਨ ਦੀ ਮੰਗ ਕੀਤੀ ਸੀ। ਗੱਲ ਯਾਦ ਰੱਖਣੀ ਹੈ। ਸਭ ਤੋਂ ਪਹਿਲਾਂ ਸੰਵਿਧਾਨ ਦੀ ਮੰਗ ਕਿਹਨੇ ਕੀਤੀ ਸੀ? ਸਵਰਾਜ ਪਾਰਟੀ ਸੀ ਜਿਹੜੀ, ਉਹਨੇ ਸੰਵਿਧਾਨ ਦੀ ਮੰਗ ਕੀਤੀ ਸੀ ਸਭ ਤੋਂ ਪਹਿਲਾਂ ਕਿ ਵੀ ਸਾਡੇ ਸੰਵਿਧਾਨ ਬਣਾਇਆ ਜਾਵੇ। ਕਦੋਂ ਮੰਗ ਕੀਤੀ ਸੀ? 1924 ਦੇ ਵਿੱਚ। ਹੁਣ ਇਹ ਚੀਜ਼ ਨੂੰ ਲੈ ਆਹ ਡੇਟ ਨੂੰ ਲੈ ਕੇ ਵੀ ਬਹੁਤ ਸਾਰੀਆਂ ਕਨਫਿਊਜ਼ਨ ਹੈਗੀਆਂ। ਇਹ ਡੇਟ ਨੂੰ ਲੈ ਕੇ ਬਹੁਤ ਸਾਰੀਆਂ ਕਨਫਿਊਜ਼ਨ ਹੈਗੀਆਂ। ਠੀਕ ਹੈ, ਚੱਲ ਤੁਸੀਂ ਇਹ ਮੰਨ ਲਓ ਕਿ 1924 ਦੇ ਵਿੱਚ ਕੀ, ਚਲੋ ਇਹੀ ਮੰਨ ਲਓ ਕਿਉਂਕਿ ਸਵਰਾਜ, ਹਾਂ 1924 ਦੇ ਵਿੱਚ ਸੰਵਿਧਾਨ ਦੀ ਮੰਗ ਉਠਾਈ ਗਈ ਸੀ। ਓਕੇ, ਅਤੇ ਹੁਣ ਪ੍ਰਸ਼ਨ ਇੱਥੋਂ ਬਣੂਗਾ ਕਿ ਜਿਹੜੀ ਇਹ ਸੀ ਸਵਰਾਜ ਪਾਰਟੀ ਕਿਹਨੇ ਬਣਾਈ ਸੀ? ਇਹ ਬਣਾਈ ਸੀ ਆਪਣੇ ਮੋਤੀ ਲਾਲ ਨਹਿਰੂ ਨੇ। ਠੀਕ ਹੈ, ਮੋਤੀ ਲਾਲ ਨਹਿਰੂ ਨੇ ਬਣਾਈ ਸੀ। ਕਿਹਨੇ ਮਿਲ ਕੇ ਬਣਾਈ ਸੀ ਇਹ? CR ਦਾਸ। CR ਦਾਸ ਅਤੇ ਮੋਤੀ ਲਾਲ ਨਹਿਰੂ ਨੇ ਇਹ ਪਾਰਟੀ ਬਣਾਈ ਸੀ। ਕਦੋਂ ਬਣਾਈ ਸੀ ਇਹ ਪਾਰਟੀ? 1922 ਦੇ ਵਿੱਚ ਬਣਾਈ ਸੀ ਇਹ ਪਾਰਟੀ। ਅੱਧੀਆਂ ਬੁੱਕਸ 'ਤੇ 1923 ਹੈ। ਦੋਨਾਂ ਦੇ ਵਿੱਚੋਂ ਤੁਹਾਨੂੰ ਪੇਪਰ ਦੇ ਵਿੱਚ ਇੱਕ ਆਪਸ਼ਨ ਮਿਲੂਗੀ। ਇਹ ਪ੍ਰਸ਼ਨ 100% ਆਉਣ ਦਾ ਚਾਂਸ ਹੈ ਕਿ ਸਵਰਾਜ ਪਾਰਟੀ ਕਦੋਂ ਬਣੀ ਸੀ? ਇਹ 1922 ਦੇ ਵਿੱਚ ਬਣੀ ਸੀ ਜਾਂ 1923 ਦੇ ਵਿੱਚ ਬਣੀ, ਦੋਨਾਂ ਦੇ ਵਿੱਚ ਹੀ ਬਣੀ ਸੀ। ਠੀਕ ਹੈ, ਜੇ ਤਾਂ 22 ਆਪਸ਼ਨ 'ਚ ਪਿਆ ਤਾਂ 22 ਲਾ ਕੇ ਆਇਓ, ਜੇ 23 ਪਿਆ 23 ਲਾ ਕੇ ਆਇਓ, ਜੇ ਦੋਨੇ ਪਈਆਂ ਆਪਸ਼ਨ ਦੇ ਵਿੱਚ ਫਿਰ 22 ਲਾਇਓ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਕਿਹਨੇ ਬਣਾਈ ਸੀ ਸਵਰਾਜ ਪਾਰਟੀ? ਮੋਤੀ ਲਾਲ ਨਹਿਰੂ ਅਤੇ CR ਦਾਸ। ਦੋਨਾਂ ਦੇ ਵਿੱਚੋਂ ਕਿਸੇ ਦਾ ਵੀ ਨਾਂ, ਪਹਿਲੀ ਗੱਲ ਮੋਤੀ ਲਾਲ ਨਹਿਰੂ ਦਾ ਨਾਂ ਹੋਊਗਾ। ਅਤੇ ਮੋਤੀ ਲਾਲ ਨਹਿਰੂ ਕੌਣ ਹੈਗਾ? ਇਹ ਜਿਹੜਾ ਜਵਾਹਰ ਲਾਲ ਨਹਿਰੂ ਸੀ ਉਹਦਾ ਪਾਪਾ ਸੀ। ਠੀਕ ਹੈ, ਜਵਾਹਰ ਲਾਲ ਨਹਿਰੂ ਦਾ ਇਹ ਪਾਪਾ ਸੀ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਇੱਥੋਂ ਤੱਕ ਕਲੀਅਰ ਹੋ ਗਏ ਸਾਰੀਆਂ ਗੱਲਾਂ। ਐਂਡ 'ਤੇ ਆਪਾਂ ਰਿਵੀਜ਼ਨ ਫਿਰ ਕਰਦੇ ਜਾਵਾਂਗੇ। ਹੁਣ ਜਦੋਂ ਆਪਣਾ ਸੰਵਿਧਾਨ ਬਣਾ ਰਹੇ ਸੀ ਇਹਦੇ ਜਦੋਂ ਕਿੰਨੇ ਮੈਂਬਰ ਸੀ? ਇਹਦੇ ਵਿੱਚ ਹੈਗੇ ਸੀ 399 ਮੈਂਬਰ। ਇਹ ਗੱਲ ਯਾਦ ਰੱਖਣੀ, ਪੁੱਛਿਆ ਜਾਊਗਾ ਇਹ ਪ੍ਰਸ਼ਨ। ਕਿੰਨੇ ਮੈਂਬਰ ਸੀ ਇਹਦੇ ਵਿੱਚ? 399 ਉਹ ਸੀ ਮੈਂਬਰ ਸੀ ਇਹਦੇ ਵਿੱਚ। ਆਹ ਦੇਖੋ, ਆਹ ਸਵਰਾਜ ਪਾਰਟੀ, ਇਹਨਾਂ ਤਿੰਨ ਜਾਣੇ ਨੇ, ਮਤਲਬ ਮੇਨ ਨਾਂ ਤਾਂ ਇਹਨਾਂ ਦੋਨਾਂ ਦੀ ਆਉਂਦਾ ਗਾ, ਤੀਸਰੇ ਨਾਂ ਦਾ ਭਾਵੇਂ ਤੁਸੀਂ ਨਾਂ ਯਾਦ ਕਰਿਓ। ਠੀਕ ਹੈ, ਸਵਰਾਜ ਪਾਰਟੀ ਕਦੋਂ ਬਣੀ ਸੀ? 1922 ਦੇ ਵਿੱਚ ਬਣੀ ਸੀ। ਅਤੇ ਮੋਤੀ ਲਾਲ ਨਹਿਰੂ ਤਾਂ ਆ ਸੀ ਭਾਈ, ਸ਼ਕਲ ਦੇਖ ਲਓ ਮੋਤੀ ਲਾਲ ਨਹਿਰੂ ਜੀ ਦੀ। ਅਤੇ ਆਹ ਆਪਣੇ ਹੈਗਾ CR ਦਾਸ। ਅਤੇ ਇਹ ਹੈਗਾ ਅਜਮਲ ਖਾਨ। ਅਜਮਲ ਖਾਨ ਦਾ ਨਾਂ ਤਾਂ ਬਹੁਤ ਘੱਟ ਆਉਂਦਾ, ਇਹ ਭਾਵੇਂ ਤੁਸੀਂ ਨਾਂ ਯਾਦ ਕਰਿਓ। ਇਹਨਾਂ ਦੋਨਾਂ ਦੇ ਨਾਂ ਯਾਦ ਕਰ ਲਓ, ਇੱਕ ਸਵਰਾਜ ਪਾਰਟੀ ਦੀ ਡੇਟ ਯਾਦ ਕਰ ਲਓ। ਇਹ ਹੁਣ ਅੱਧੇ ਬੱਚੇ ਕਹਿੰਦੇ ਕਿ ਸਵਰਾਜ ਪਾਰਟੀ ਬਣਾਉਣ ਦੀ ਲੋੜ ਕਿਉਂ ਪਈ ਸੀ ਇਹਨਾਂ ਨੂੰ? ਇਹਦੇ ਵਿੱਚ ਵੀ ਇੱਕ ਫੰਡਾ ਭਾਈ। ਫੰਡਾ ਕੀ ਹੈ? 1920 ਦੇ ਵਿੱਚ 1920 ਦੇ ਵਿੱਚ ਗਾਂਧੀ ਜੀ ਇੱਕ ਅੰਦੋਲਨ 'ਤੇ ਬਹਿ ਗਏ ਸੀ। ਕਿਹੜੇ ਅੰਦੋਲਨ 'ਤੇ ਬਹਿ ਗਏ ਸੀ ਗਾਂਧੀ ਜੀ? ਗਾਂਧੀ ਜੀ ਬੈਠੇ ਸੀ ਨਾ ਮਿਲਵਰਤਨ ਅੰਦੋਲਨ 'ਤੇ। ਠੀਕ ਹੈ, ਅਤੇ ਉਹ ਅੰਦੋਲਨ 'ਤੇ ਬੈਠੇ ਸੀ। ਇਹ ਕਹਿੰਦੇ ਸੀ ਕਿ ਮੈਂ ਤੁਹਾਨੂੰ ਆਜ਼ਾਦੀ ਦਿਵਾ ਦੂੰਗਾ 1 ਸਾਲ ਦੇ ਵਿੱਚ। ਠੀਕ ਹੈ, 1 ਸਾਲ ਦੇ ਵਿੱਚ ਤੁਹਾਨੂੰ ਮੈਂ ਆਜ਼ਾਦੀ ਦਿਵਾ ਦੂੰਗਾ। ਗਾਂਧੀ ਜੀ ਕਹਿੰਦੇ ਉਹਨਾਂ ਨੂੰ। ਲੋਕ ਬੈਠੇ ਰਹੇ ਭਾਈ, 6 ਮਹੀਨੇ ਬੈਠੇ, ਸਾਲ ਬੈਠੇ, ਲੰਘਦੇ ਰਹੇ ਸਾਲ। ਮੁੜ ਕੇ ਕੀ ਹੋਇਆ? 1922 ਦੇ ਵਿੱਚ ਜਾ ਕੇ ਇੱਕ ਚੋਰਾ ਚੋਰੀ ਦਾ ਕਾਂਡ ਹੋ ਗਿਆ ਸੀ। ਚੋਰਾ ਚੋਰੀ ਦਾ ਕਾਂਡ। ਇਹ ਪ੍ਰਸ਼ਨ ਪੇਪਰ ਦੇ ਵਿੱਚ ਪੱਖਾ ਪੁੱਛਿਆ ਜਾਣਾ ਕਿ ਚੋਰੀ ਚੋਰਾ ਦਾ ਕਾਂਡ ਜਿਹੜਾ ਹੋਇਆ ਸੀ ਕਿੰਨੀ ਈਸਵੀ ਦੇ ਵਿੱਚ ਹੋਇਆ ਸੀ? ਇਹ ਹੋਇਆ ਸੀ 1922 ਈਸਵੀ ਦੇ ਵਿੱਚ ਹੋਇਆ ਸੀ। ਚੋਰੀ ਚੋਰਾ ਦਾ ਕਾਂਡ। ਚੋਰੀ ਚੋਰਾ ਦੇ ਕਾਂਡ ਵਿੱਚ ਕੀ ਕੁਛ ਹੋਇਆ ਸੀ? ਚੋਰੀ ਚੋਰਾ ਦੇ ਕਾਂਡ ਦੇ ਵਿੱਚ ਕੀ ਸੀਗੀ? ਠੇਕੇ ਮੂਹਰੇ ਖੜ੍ਹ ਕੇ ਆਪਣੇ ਜਿਹੜੇ ਭਾਰਤੀ ਸੀ ਉਹ ਪ੍ਰਦਰਸ਼ਨ ਕਰ ਰਹੇ ਸੀ। ਪੁਲਿਸ ਨੇ ਉਹਨਾਂ 'ਤੇ ਗੋਲੀ ਚਲਾਤੀ ਅਤੇ ਜਿਹੜੇ ਇਹ ਆਪਣੇ ਭਾਰਤੀ ਸੀ ਇਹਨਾਂ ਨੇ ਥਾਣੇ ਦੇ ਵਿੱਚ ਵੜ ਕੇ ਥਾਣੇ ਨੂੰ ਅੱਗ ਲਾਤੀ। ਠੀਕ ਹੈ, ਇਹਦੇ ਨਾਲ ਕੀ ਹੋਇਆ ਸੀ? ਇਹ ਮਤਲਬ ਬਹੁਤ ਪੁਲਿਸ ਵਾਲੇ ਮਰ ਗਏ ਸੀ ਇਹਦੇ 'ਚ। ਠੀਕ ਹੈ, ਅਤੇ ਇਹ ਗਾਂਧੀ ਜੀ, ਇਹ ਗੱਲ ਜੋ ਗਾਂਧੀ ਨੂੰ ਪਤਾ, ਗਾਂਧੀ ਨੂੰ ਦੁੱਖ ਹੋਇਆ, ਗਾਂਧੀ ਜੀ ਨੇ ਆਪਦਾ ਅੰਦੋਲਨ ਛੱਡਤਾ। ਅਤੇ ਜਿਹੜੇ ਇਹ ਮੋਤੀ ਲਾਲ ਨਹਿਰੂ ਸੀ ਅਤੇ CR ਦਾਸ ਸੀ, ਇਹ ਗਾਂਧੀ ਨੂੰ ਕਹਿੰਦੇ ਯਾਰ ਤੂੰ ਗਲਤ ਕੀਤਾ ਕੰਮ, ਇਹ ਕੰਮ ਨਾ ਕਰ, ਤੂੰ ਨਾ ਛੱਡ ਅੰਦੋਲਨ ਨੂੰ, ਕਿਉਂਕਿ ਆਪਾਂ ਜੁੜੇ ਹੋਏ ਅੰਦੋਲਨ ਦੇ ਨਾਲ, ਤੁਸੀਂ ਨਾ ਛੱਡੋ ਅੰਦੋਲਨ। ਪਰ ਗਾਂਧੀ ਕਹਿੰਦਾ ਮੈਂ ਤਾਂ ਛੱਡੂਗਾ। ਇਹ ਕਹਿੰਦਾ ਭਾਈ ਤੂੰ ਛੱਡ ਦੇ, ਫਿਰ ਇਸ ਤਾਂ ਆਪਦੀ ਅੱਡ ਪਾਰਟੀ ਬਣਾਉਣੀ ਹੈ। ਅਤੇ ਫਿਰ ਇਹਨਾਂ ਨੇ ਆਪਦੀ ਅੱਡ ਪਾਰਟੀ ਬਣਾ ਲਈ ਸੀ ਸਵਰਾਜ ਪਾਰਟੀ 1922 ਦੇ ਵਿੱਚ। ਕਿਹਨੇ ਮੋਤੀ ਲਾਲ ਨਹਿਰੂ ਅਤੇ CR ਦਾਸ ਨੇ। ਓਕੇ, ਇਸ ਤੋਂ ਬਾਅਦ ਆਹ ਪਈ ਹੈ ਭਾਈ ਨਵੀਂ ਚੀਜ਼। ਸੰਵਿਧਾਨ ਸਭਾ ਦੇ ਕੁੱਲ ਮੈਂਬਰਾਂ ਦੀ ਸੰਖਿਆ ਕਿੰਨੀ ਹੈ? 399। ਇੱਥੋਂ ਆਪਰੇਸ਼ਨ ਪੱਕਾ ਹੀ ਬਣਨਾ। ਇਸ ਤੋਂ ਬਾਅਦ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ? ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ 9 ਦਸੰਬਰ 1946 ਦੇ ਵਿੱਚ। ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ। ਯਾਦ ਰੱਖਣੀ ਹੈ ਇਹ ਨਾਲ 9 ਦਸੰਬਰ ਵੀ। PS ਟੈਟ ਕਲੀਅਰ ਕਰਨਾ ਕੋਈ ਖੇਡ ਨਹੀਂ ਹੈਗੀ ਇਹ। ਠੀਕ ਹੈ, ਅਤੇ ਹੋਈ ਸੀ। ਸਭਾ ਦੇ ਵਿੱਚ ਸਭ ਤੋਂ ਬਜ਼ੁਰਗ ਮੈਂਬਰ ਕਿਹੜਾ ਸੀ? ਇਹ ਕੀ ਚੱਕਰ ਪੈ ਗਿਆ ਸੀ? ਬਜ਼ੁਰਗ ਮੈਂਬਰ ਦਾ ਮਤਲਬ ਕੀ ਹੈ? ਇਹ ਚੱਕਰ ਪੈ ਗਿਆ ਸੀ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ 9 ਦਸੰਬਰ 1946 ਦੇ ਵਿੱਚ। ਤਾਂ ਉਦੋਂ ਕੀ ਚੱਕਰ ਪੈ ਗਿਆ? ਇਹ ਕਹਿੰਦੇ ਭਾਈ ਆਪਾਂ ਬੰਦਾ ਚੁਣਨਾ ਗਾ, ਮੈਂਬਰ ਚੁਣਨਾ। ਕਿਵੇਂ ਚੁਣੀਏ? ਮੈਂ ਤਾਂ ਕਹਿੰਦਾ ਮੈਂ ਬਣਨਾ। ਸਾਡੇ ਪਿੰਡ ਵਾਲਾ ਮੱਘਰ ਕਹਿੰਦਾ ਮੈਂ ਬਣਨਾ। ਹੋਰ ਜਿਹੜੇ ਬੰਦੇ ਸੀ ਉਹ ਕਹਿੰਦਾ ਮੈਂ ਬਣਨਾ। ਰੌਲਾ ਪੈਣ ਲੱਗ ਗਿਆ ਭਾਈ ਉੱਥੇ, ਅਤੇ ਚੱਕ ਲਓ ਹੋ ਗਈ। ਗੜਾਸੇ ਤਿੱਖੇ ਕਰ ਲਏ ਇਹਨਾਂ ਨੇ। ਕਹਿੰਦੇ ਉਹ ਕਹਿੰਦਾ ਮੈਂ ਬਣਨਾ, ਇਹ ਕਹਿੰਦਾ ਮੈਂ ਬਣਨਾ। ਜਿਹੜਾ ਰੌਲਾ ਪੂਰਾ ਪੈ ਗਿਆ
ਤਾਂ ਫਿਰ ਕੀ ਕੀਤਾ ਉਹਨਾਂ ਦੇ ਵਿੱਚ ਇੱਕ ਸਿਆਣਾ ਬੰਦਾ ਖੜਾ ਹੋ ਕੇ ਕਹਿੰਦਾ ਯਾਰ ਤੁਸੀਂ ਐਂ ਕਰੋ, ਜਿਹੜਾ ਵੀ ਆਪਣੇ ਵਿੱਚ ਸਭ ਤੋਂ ਵੱਡੀ ਉਮਰ ਦਾ ਬੰਦਾ ਉਹਨੂੰ ਤੁਸੀਂ ਸੰਵਿਧਾਨ ਸਭਾ ਦਾ ਮੈਂਬਰ ਬਣਾ ਦਿਓ। ਠੀਕ ਹੈ, ਤਾਂ ਸੰਵਿਧਾਨ ਸਭਾ ਦਾ ਪ੍ਰਧਾਨ ਬਣਾ ਦਿਓ, ਉਹਨੂੰ ਪ੍ਰੈਜ਼ੀਡੈਂਟ ਬਣਾ ਦਿਓ ਸੰਵਿਧਾਨ ਸਭਾ ਦਾ। ਕਹਿੰਦੇ ਠੀਕ ਹੈ। ਕਹਿੰਦੇ ਸਭ ਤੋਂ ਵੱਡੀ ਉਮਰ ਦਾ ਕਿਹੜਾ ਹੈਗਾ? ਤੂੰ ਦੇਖਿਆ ਸਭ ਤੋਂ ਵੱਡੀ ਉਮਰ ਦਾ ਤਾਂ ਭਾਈ ਡਾਕਟਰ ਸੱਚੀਦਾਨੰਦ ਹੈਗਾ, ਤਾਂ ਇਹਨੂੰ ਬਣਾ ਦਿੰਦੇ ਕਹਿੰਦੇ। ਪਰ ਇਹਨੂੰ ਬਣਾਵਾਂਗੇ ਆਪਾਂ ਅਸਥਾਈ, ਨੌਨ ਪਰਮਾਨੈਂਟ, ਅਸਥਾਈ। ਇਸ ਤੋਂ ਬਾਅਦ ਕੀ ਹੋਇਆ? ਇਸ ਤੋਂ ਬਾਅਦ ਮੁਸਲਿਮ ਲੀਗ ਸੀ ਜਿਹੜੀ, ਉਸਨੇ ਇਸ ਦਾ ਬਾਈਕਾਟ ਕੀਤਾ ਅਤੇ ਇਸ ਵਿੱਚੋਂ ਇੱਕ ਅਲੱਗ ਪਾਕਿਸਤਾਨ ਦੀ ਮੰਗ ਰੱਖੀ। ਹੁਣ ਇਹ ਪ੍ਰਸ਼ਨ ਵੀ ਪੁੱਛਿਆ ਜਾਣਾ ਕਿ ਸੰਵਿਧਾਨ ਸਭਾ ਦੀ ਜਿਹੜੀ ਪਹਿਲੀ ਬੈਠਕ ਹੋਈ ਸੀ ਉਹਦੇ 'ਚ ਹੀ ਮੁਸਲਿਮ ਲੀਗ ਸੀ ਜਿਹੜੀ, ਇਹਨੇ ਆਪਦੀ ਅਲੱਗ ਮੰਗ ਰੱਖ ਲਈ ਸੀ ਕਿ ਭਾਈ ਸਾਨੂੰ ਕੀ ਕਰੋ, ਸਾਨੂੰ ਤੁਸੀਂ ਕੀ ਕਰੋ, ਸਾਨੂੰ ਇੱਕ ਤੁਸੀਂ ਅਲੱਗ ਰਾਜ ਦੇ ਦਿਓ ਭਾਈ। ਠੀਕ ਹੈ, ਸਾਨੂੰ ਤੁਸੀਂ ਇੱਕ ਅਲੱਗ ਰਾਜ ਦੇ ਦਿਓ ਪਾਕਿਸਤਾਨ, ਇੱਥੇ ਮੰਗ ਹੋਈ ਸੀ। ਹੁਣ ਇਹ 'ਚ ਪ੍ਰਸ਼ਨ ਕਿਹੜੇ ਕਿਹੜੇ ਬਣਨੇ ਤੁਹਾਨੂੰ ਦੱਸਦਾ। ਇੱਕ ਪੁਆਇੰਟ ਹੋਰ ਲਿਖ ਲਓ ਨਾਲੇ ਦੇ। ਇਸ ਤੋਂ ਬਾਅਦ ਕੀ ਹੋਇਆ ਸੀ? 9 ਦਸੰਬਰ 1946 ਨੂੰ ਤਾਂ ਪਹਿਲੀ ਬੈਠਕ ਹੋ ਗਈ ਸੀ ਇਹਨਾਂ ਦੀ, ਜਿਹਦੇ ਵਿੱਚ ਸੱਚੀਦਾਨੰਦ ਨੂੰ ਕੀ ਬਣਾਤਾ ਸੀ? ਨੌਨ ਪਰਮਾਨੈਂਟ ਮੈਂਬਰ ਬਣਾਤਾ ਸੀ, ਅਸਥਾਈ ਮੈਂਬਰ ਬਣਾਤਾ ਸੀ, ਕੱਚਾ ਮੈਂਬਰ ਬਣਾਤਾ ਸੀ ਕਹਿਣ ਦਾ ਮਤਲਬ। ਇਸ ਤੋਂ ਬਾਅਦ 2 ਕੁ ਦਿਨਾਂ ਬਾਅਦ ਇੱਕ ਸੈਸ਼ਨ ਹੋਰ ਬਿਠਾ ਲਿਆ ਇਹਨਾਂ ਨੇ 11 ਦਸੰਬਰ 1946 ਨੂੰ। ਇਹਦੇ ਵਿੱਚ ਕੀ ਹੋਇਆ? ਇਹਦੇ ਵਿੱਚ ਜਿਹੜਾ ਡਾਕਟਰ ਰਜਿੰਦਰ ਪ੍ਰਸਾਦ ਸੀ ਉਹਨਾਂ ਨੂੰ ਇਹਨਾਂ ਨੇ ਕੀ ਬਣਾਤਾ? ਪ੍ਰਧਾਨ ਬਣਾਤਾ। ਕਿਹੜਾ ਪ੍ਰਧਾਨ ਬਣਾਤਾ ਉਹਨਾਂ ਨੇ? ਪੱਕਾ ਪ੍ਰਧਾਨ ਬਣਾਤਾ, ਪਰਮਾਨੈਂਟ ਪ੍ਰੈਜ਼ੀਡੈਂਟ ਬਣਾਤਾ। ਕਿਹਨੂੰ? ਰਜਿੰਦਰ ਪ੍ਰਸਾਦ ਜੀ ਨੂੰ। ਠੀਕ ਹੈ, ਅਤੇ ਹੁਣ ਇੱਥੇ ਇੱਕ ਤਾਂ ਗੱਲਾਂ ਦੋ ਯਾਦ ਰੱਖ ਲਓ। ਜਿਹੜਾ ਪਰਮਾਨੈਂਟ ਮੈਂਬਰ ਬਣਾਇਆ ਸੀ ਉਹਦਾ ਬਣਾਇਆ ਸੀ ਰਜਿੰਦਰ ਪ੍ਰਸਾਦ ਜੀ ਨੂੰ। ਠੀਕ ਹੈ, ਜਿਹੜਾ ਨੌਨ ਪਰਮਾਨੈਂਟ ਮੈਂਬਰ ਬਣਾਇਆ ਸੀ ਕੱਚੇ ਤੌਰ 'ਤੇ ਵੱਡੀ ਉਮਰ ਦੇਖ ਕੇ, ਉਹ ਬਣਾਇਆ ਸੀ ਸੱਚੀਦਾਨੰਦ ਨੂੰ। ਅਤੇ ਵਾਈਸ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ ਸੀ? ਰਜਿੰਦਰ ਪ੍ਰਸਾਦ ਦਾ ਵਾਈਸ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ ਸੀ? ਵਾਈਸ ਪ੍ਰੈਜ਼ੀਡੈਂਟ ਬਣਾਇਆ ਸੀ HC ਮੁਖਰਜੀ ਨੂੰ। ਨੰਬਰ 4 'ਤੇ ਇੱਕ ਆਪਣਾ ਹੈਗਾ ਸੀ ਕੌਂਸਟੀਟਿਊਸ਼ਨ ਐਡਵਾਈਜ਼ਰ ਮੈਨੂੰ ਉਹਦਾ ਸਲਾਹਕਾਰ, ਸੰਵਿਧਾਨ ਦੇ ਵਿੱਚ ਸਲਾਹ ਦਿਆ ਕਰੂਗਾ ਭਾਈ। ਇਹ ਕੌਣ ਬਣਾਇਆ ਸੀ? VN ਰਾਓ। ਆਪਣੇ ਸੰਵਿਧਾਨ ਦਾ ਸਲਾਹਕਾਰ ਕੌਣ ਆ ਭਾਈ? VN ਰਾਓ ਹੈ। ਠੀਕ ਹੈ, ਇੱਥੋਂ ਪ੍ਰਸ਼ਨ ਮੰਨਣਗੇ ਜਿੰਨਾ ਕੁਛ ਕਰਵਾਤਾ ਇਹਦੇ ਵਿੱਚੋਂ ਇੱਕ ਵੀ ਨੰਬਰ ਦਾ ਪੇਪਰ ਬਾਹਰੋਂ ਨਹੀਂ ਆਊਗਾ ਤੁਹਾਨੂੰ। ਠੀਕ ਹੈ, ਇੰਨੀ ਗੱਲ ਕਲੀਅਰ ਹੋ ਗਈ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਹੈਦਰਾਬਾਦ ਇੱਕ ਅਜਿਹਾ ਪ੍ਰਾਂਤ ਸੀ ਜਿਸ ਨੇ ਕਿਸੇ ਵੀ ਪ੍ਰਤੀਨਿਧੀ ਨੇ ਇਸ ਵਿੱਚ ਭਾਗ ਨਹੀਂ ਲਿਆ। ਇੱਕ ਪ੍ਰਸ਼ਨ ਹੋਰ ਪੁੱਛਿਆ ਜਾਊਗਾ ਕਿ ਕਿਹੜੀ ਇਹੋ ਜਿਹੀ ਇੱਕ ਪ੍ਰਾਂਤ ਸੀ ਜਿਹਨੇ ਇਹ ਕੌਂਸਟੀਟਿਊਸ਼ਨ ਅਸੈਂਬਲੀ ਸੀ ਜਿਹੜੀ ਬੁਲਾਈ ਗਈ ਸੀ, ਇਹਦੇ ਵਿੱਚ ਭਾਗ ਨਹੀਂ ਲਿੱਤਾ ਸੀ। ਕਹਿੰਦੇ ਵੀ ਅਸੀਂ ਨਹੀਂ ਆਉਂਦੇ। ਕਿਹਨੇ ਕਹੀ ਸੀ ਗੱਲ? ਇਹ ਗੱਲ ਕਹੀ ਸੀ ਹੈਦਰਾਬਾਦ ਨੇ। ਠੀਕ ਹੈ, ਭੁੱਲਣਾ ਨਹੀਂ ਇਹ ਪ੍ਰਸ਼ਨ, ਬਹੁਤ ਇੰਪੋਰਟੈਂਟ ਪ੍ਰਸ਼ਨ ਬਣ ਜਾਂਦਾ ਪੇਪਰ ਪੁਆਇੰਟ ਆਫ ਵਿਊ ਤੋਂ। ਸੰਵਿਧਾਨ ਲਈ 3 ਵਰਗਾਂ ਦੇ ਲੋਕਾਂ ਨੂੰ ਉਧਾਰ ਬਣਾਇਆ ਗਿਆ ਸੀ। ਸੰਵਿਧਾਨ ਦੇ ਵਿੱਚ ਕਿੰਨੇ ਵਰਗਾਂ ਦੇ ਲੋਕਾਂ ਨੂੰ ਉਧਾਰ ਬਣਾਇਆ ਗਿਆ ਸੀ? 3 ਨੂੰ, ਸਿੱਖ, ਮੁਸਲਿਮ ਅਤੇ ਸਿੱਖ, ਈਸਾਈ ਹੋਣਾ ਸੀ ਇੱਥੇ। ਠੀਕ ਹੈ, ਇਸ ਤੋਂ ਬਾਅਦ ਅੱਗੇ ਚੱਲਦੇ ਆਪਾਂ। ਸੰਵਿਧਾਨ ਸਭਾ ਦੇ ਵਿੱਚ ਅਨੁਸੂਚਿਤ ਜਾਤੀ ਦੇ ਮੈਂਬਰਾਂ ਦੀ ਸੰਖਿਆ 33 ਸੀ। ਪੁੱਛਿਆ ਜਾ ਸਕਦਾ ਜਿਹੜੀ ਸੰਵਿਧਾਨ ਸਭਾ ਸੀ ਜਿਹੜੀ, ਇਹ 'ਚ ਅਨੁਸੂਚਿਤ ਜਾਤੀ ਕਿਹੜੇ? SC ST, ਇਹਨਾਂ ਦੀ ਸੰਖਿਆ ਕਿੰਨੀ ਸੀ? 33। ਅਤੇ ਇਹਦੇ ਵਿੱਚ ਮਹਿਲਾਵਾਂ ਦੀ ਸੰਖਿਆ ਕਿੰਨੀ ਸੀ? 15। ਇਹ ਵੀ ਪੁੱਛਿਆ ਜਾ ਸਕਦਾ। ਆਹ ਦੇਖੋ, ਇਸ ਤੋਂ ਬਾਅਦ ਉਹੀ ਲਾਈਨ ਦੁਬਾਰੇ ਫੇਰ ਆ ਗਈ ਜਿਹੜੀ ਮੈਂ ਤੁਹਾਨੂੰ ਲਿਖਾ ਕੇ ਗਿਆ ਸੀ ਕਿ 11 ਦਸੰਬਰ 1946 ਨੂੰ ਰਜਿੰਦਰ ਪ੍ਰਸਾਦ ਜੀ ਨੂੰ ਇਸ ਸਭਾ ਦਾ ਸਥਾਈ ਮੁਖੀ ਚੁਣਿਆ ਗਿਆ। ਸਥਾਈ ਮੁਖੀ ਦਾ ਮਤਲਬ ਕੀ ਹੁੰਦਾ? ਪਰਮਾਨੈਂਟ ਮੁਖੀ ਚੁਣਿਆ ਗਿਆ। ਇਸ ਤੋਂ ਬਾਅਦ ਅੱਗੇ ਚੱਲਦੇ ਆਪਾਂ। ਅੱਗੇ ਪ੍ਰਸ਼ਨ ਦੇ ਵਿੱਚ ਕੀ ਖਾਸ ਗੱਲਾਂ ਆਉਂਦੀਆਂ, ਧਿਆਨ ਨਾਲ ਦੇਖਿਓ। ਸੰਵਿਧਾਨ ਬਣ ਕੇ ਤਿਆਰ ਹੋਣ ਵਿੱਚ ਕਾਫੀ ਸਮਾਂ ਲੱਗਿਆ। ਇਹ ਤੋਂ ਬਾਅਦ ਆਪਣਾ ਸੰਵਿਧਾਨ ਬਣ ਗਿਆ। ਆਪਣੇ ਸੰਵਿਧਾਨ ਨੂੰ ਤਿਆਰ ਹੋਣ 'ਚ ਕਿੰਨਾ ਸਮਾਂ ਲੱਗਿਆ? ਆਹ ਪ੍ਰਸ਼ਨ ਬਣੂਗਾ ਇੱਥੋਂ। 2 ਸਾਲ 11 ਮਹੀਨੇ 18 ਦਿਨ ਲੱਗੇ ਸੀ। ਠੀਕ ਹੈ, 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਆਪਣੇ ਸੰਵਿਧਾਨ ਨੂੰ ਤਿਆਰ ਹੋਣ ਵਾਸਤੇ। ਅਤੇ ਬਹਿਸ ਕਿੰਨਾ ਚਿਰ ਹੋਈ ਸੀ? 114 ਦਿਨ ਇਸ 'ਤੇ ਬਹਿਸ ਚੱਲੀ ਸੀ। ਨਿੱਕੇ ਪੁਆਇੰਟ ਵੀ ਨਹੀਂ ਛੱਡਣੇ ਆਪਾਂ। ਠੀਕ ਹੈ, 114 ਦਿਨ 'ਤੇ ਕੀ ਚੱਲੀ ਸੀ? ਬਹਿਸ ਚੱਲੀ ਸੀ। ਓਕੇ, ਇਸ ਤੋਂ ਬਾਅਦ ਕੀ ਹੋਇਆ? 26 ਨਵੰਬਰ 1949 ਨੂੰ ਸੰਵਿਧਾਨ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ। ਸੰਵਿਧਾਨ ਤਿਆਰ ਕਿਦੋਂ ਹੋਇਆ ਪੁੱਛਿਆ ਜਾਊਗਾ। ਸੰਵਿਧਾਨ ਤਿਆਰ ਹੋਇਆ ਸੀ 26 ਨਵੰਬਰ 1949 ਨੂੰ ਤਿਆਰ ਹੋ ਗਿਆ ਸੀ, ਅਤੇ 26 ਜਨਵਰੀ 1950 ਨੂੰ ਇਹ ਕੀ ਹੋ ਗਿਆ ਸੀ? ਲਾਗੂ ਹੋ ਗਿਆ ਸੀ। ਇਹ ਗੱਲ ਦਿਮਾਗ 'ਚ ਬਿਠਾ ਲਓ ਆਪਦੇ। ਠੀਕ ਹੈ, ਇਹ ਗੱਲ ਕੀ ਕਰੋ? ਦਿਮਾਗ 'ਚ ਬਿਠਾ ਲਓ। ਹੁਣ ਆਪਾਂ ਇੱਕ ਜਿਹੜੇ ਤੁਹਾਨੂੰ ਪੁਆਇੰਟ ਲਿਖਾਉਣ ਲੱਗਿਆ ਮੈਂ, ਉਹ ਪੁਆਇੰਟ ਧਿਆਨ ਨਾਲ ਲਿਖ ਲਓ। ਠੀਕ ਹੈ, 26 ਜਨਵਰੀ 1950 ਨੂੰ ਤਾਂ ਆਪਣਾ ਸੰਵਿਧਾਨ ਕੀ ਹੋ ਗਿਆ ਸੀ? ਲਾਗੂ ਹੋ ਗਿਆ ਸੀ। ਠੀਕ ਹੈ, ਇਸ ਤੋਂ ਬਾਅਦ 26 ਜੈਨ ਜਦੋਂ 1950 ਨੂੰ ਲਾਗੂ ਹੋ ਗਿਆ ਸੀ, ਇਹ ਤੋਂ 2 ਦਿਨ ਪਹਿਲਾਂ
24 ਜਨਵਰੀ ਨੂੰ 24 ਜਨਵਰੀ 1950 ਨੂੰ ਕੀ ਹੋਇਆ ਸੀ, ਆਪਾਂ ਝੰਡਾ ਅਪਣਾਇਆ ਸੀ। ਕੀ ਆਇਆ ਅਪਣਾਇਆ ਸੀ ਆਪਾਂ, ਝੰਡਾ ਅਪਣਾਇਆ ਸੀ ਕਿ ਭਾਈ ਆਹ ਸਾਡਾ ਤਿਰੰਗਾ ਝੰਡਾ ਸਾਡਾ ਅੱਜ ਤੋਂ ਰਾਸ਼ਟਰੀ ਝੰਡਾ ਹੈਗਾ। ਠੀਕ ਹੈ, 2 ਦਿਨ ਪਹਿਲਾਂ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਇਹ ਗੱਲ ਧਿਆਨ ਰੱਖਣੀ ਹੈ। ਠੀਕ ਹੈ, ਨਹੀਂ ਰਾਸ਼ਟਰੀ ਝੰਡਾ ਨਹੀਂ ਬਣਾਇਆ ਸੀ, ਸੌਰੀ ਦਿਮਾਗ 'ਚੋਂ ਯਾਰ 24 ਇੱਥੇ ਹੋਰ ਲਿਖਣਾ 24 1950 ਨੂੰ ਆਪਾਂ ਨੈਸ਼ਨਲ ਐਂਥਮ ਅਪਣਾਇਆ ਸੀ ਆਪਾਂ। ਠੀਕ ਹੈ, ਅਤੇ ਨੈਸ਼ਨਲ ਸੌਂਗ ਅਪਣਾਇਆ ਸੀ। ਯਾਦ ਰੱਖਣਾ ਨੈਸ਼ਨਲ ਐਂਥਮ ਅਤੇ ਨੈਸ਼ਨਲ ਸੌਂਗ। ਸੌਰੀ ਬੱਚੋ ਯਾਰ ਕਈ ਵਾਰੀ ਨਾ ਧਿਆਨ ਹੋਰ ਪਾਸੇ ਵਗ ਜਾਂਦਾ ਕਿਉਂਕਿ ਪੁਆਇੰਟ ਬਾਹਲੇ ਦਿਮਾਗ 'ਚ ਲਿਆਉਣੇ ਪੈਂਦੇ ਨੇ, ਕੀ ਕੁਛ ਅੱਗੇ ਰਹਿ ਗਿਆ ਕੀ ਕੁਛ ਨਹੀਂ ਰਹਿ ਗਿਆ। ਠੀਕ ਹੈ, ਇੱਕ ਵਾਰੀ ਫਿਰ ਦੱਸ ਦਿੰਦਾ, ਥੱਲੇ ਲੈ ਜਾਂਦਾ 1 ਮਿੰਟ ਮੈਂ, ਇੱਥੇ ਦੇਖੋ 26 ਨਵੰਬਰ 1949 ਨੂੰ ਕੀ ਹੋ ਗਿਆ ਸੀ, ਜਿਹੜਾ ਆਪਣਾ ਸੰਵਿਧਾਨ ਸੀ, ਕੀ ਸੀ ਆਪਣਾ ਜਿਹੜਾ ਸੰਵਿਧਾਨ ਉਹ ਬਣ ਕੇ ਤਿਆਰ ਹੋ ਗਿਆ ਸੀ। 26 ਜਨਵਰੀ 1950 ਨੂੰ ਕੀ ਹੋ ਗਿਆ ਸੀ, ਆਪਣਾ ਸੰਵਿਧਾਨ ਲਾਗੂ ਹੋ ਗਿਆ ਸੀ। ਠੀਕ ਹੈ, ਸੰਵਿਧਾਨ ਤੋਂ 2 ਦਿਨ ਪਹਿਲਾਂ 24 ਜਨਵਰੀ 1950 ਨੂੰ ਆਪਾਂ ਕੀ ਅਪਣਾਇਆ ਸੀ, ਨੈਸ਼ਨਲ ਐਂਥਮ ਅਤੇ ਸੌਂਗ। ਹੁਣ ਬੱਚਿਆਂ ਨੂੰ ਸੌਂਗ ਨਹੀਂ ਪਤਾ ਹੋਣਾ, ਸੌਂਗ ਕਿਹੜਾ ਹੁੰਦਾ, ਐਂਥਮ ਕਿਹੜਾ ਹੁੰਦਾ। ਦੇਖੋ ਜਿਹੜਾ ਤਾਂ ਸੌਂਗ ਹੁੰਦਾ, ਸੌਂਗ ਤਾਂ ਹੈਗਾ ਆਪਣਾ ਬੰਦੇ ਮਾਤਰਮ। ਠੀਕ ਹੈ, ਅਤੇ ਜਿਹੜਾ ਆਪਣਾ ਸੌਂਗ ਹੁੰਦਾ ਉਹ ਤਾਂ ਹੁੰਦਾ ਬੰਦੇ ਮਾਤਰਮ। ਜਿਹੜਾ ਆਪਣਾ ਐਂਥਮ ਹੁੰਦਾ ਇਹ ਹੁੰਦਾ ਗਾ ਆਪਣਾ ਜਨ ਗਨ ਮਨ। ਠੀਕ ਹੈ, ਇਹ ਤਾਂ ਸਭ ਤੋਂ ਪਹਿਲਾਂ ਗਾਇਆ ਗਿਆ ਸੀ 1896 ਦੇ ਵਿੱਚ, ਕਲਕੱਤਾ ਦੇ ਵਿੱਚ ਇੱਕ ਆਪਣਾ ਅਧਿਵੇਸ਼ਨ ਹੋਇਆ ਸੀ, ਉੱਥੇ ਗਾਇਆ ਗਿਆ ਸੀ। ਕਿਹਨੇ ਗਾਇਆ ਸੀ ਬੰਦੇ ਮਾਤਰਮ ਗੀਤ, ਬਿਕਰਮ ਚੰਦਰ ਚੈਟਰਜੀ ਦੁਆਰਾ ਗਾਇਆ ਗਿਆ ਸੀ। ਠੀਕ ਹੈ, ਅਤੇ ਜਿਹੜਾ ਜਨ ਗਨ ਮਨ ਗੀਤ ਹੈ ਇਹ ਗਾਇਆ ਗਿਆ ਸੀ ਰਵਿੰਦਰਨਾਥ ਟੈਗੋਰ ਦੁਆਰਾ। ਇਹ ਗਾਇਆ ਗਿਆ ਸੀ ਆਪਣਾ ਕਿਹੜਾ ਸੈਸ਼ਨ ਸੀ ਉਹ 1911 ਦੇ ਸੈਸ਼ਨ ਦੇ ਵਿੱਚ ਗਾਇਆ ਗਿਆ ਸੀ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ, ਇਹ 1911 ਦੇ ਸੈਸ਼ਨ ਦੇ ਵਿੱਚ ਗਾਇਆ ਗਿਆ ਸੀ ਅਤੇ ਉਹ ਗਾਇਆ ਗਿਆ ਸੀ 1896 ਦੇ ਵਿੱਚ। ਇਹ ਆਪਣਾ ਰਾਸ਼ਟਰੀ ਗਾਨ ਹੈ, ਇਹ ਆਪਣਾ ਰਾਸ਼ਟਰੀ ਗੀਤ ਹੈ। ਠੀਕ ਹੈ, ਇਹ ਕਦੋਂ ਅਪਣਾ ਲਏ ਸੀ, 24 ਜਨਵਰੀ 1950 ਨੂੰ। ਅਤੇ ਹੁਣ ਪ੍ਰਸ਼ਨ ਇੱਕ ਹੋਰ ਬਣਦਾ ਹੁੰਦਾ ਕਿ ਜਿਹੜਾ ਆਪਣਾ ਰਾਸ਼ਟਰੀ ਝੰਡਾ ਇਹ ਕਦੋਂ ਅਪਣਾਇਆ ਗਿਆ ਸੀ, ਰਾਸ਼ਟਰੀ ਝੰਡਾ ਅਪਣਾਇਆ ਗਿਆ ਸੀ ਆਪਣਾ 22 ਜੁਲਾਈ 1947 ਨੂੰ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਅਤੇ ਇਸ ਤੋਂ ਬਾਅਦ ਚੱਲਦੇ ਆਪਾਂ ਪਿੱਛੇ ਫਿਰ ਆਪਣੇ ਸੰਵਿਧਾਨ ਦੇ ਵਿੱਚ। ਜਿਹੜਾ ਆਪਣਾ ਸੰਵਿਧਾਨ ਬਣਿਆ ਸੀ ਉਦੋਂ ਉਹਦੇ ਵਿੱਚ ਕਿੰਨੇ ਅਨੁਛੇਦ ਸੀ, ਉਹਦੇ ਵਿੱਚ 22 ਦਾ ਭਾਗ ਸੀ, 22 ਪਾਰਟ। ਭਾਗ ਨੂੰ ਪਾਰਟ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ, ਕਈ ਵਾਰੀ ਪਾਰਟ ਲਿਖੇ ਆ ਜਾਂਦੇ ਆ। 395 ਅਨੁਛੇਦ ਨੂੰ ਆਪਾਂ ਕਹਿੰਦੇ ਨੇ ਆਰਟੀਕਲ। 8 ਅਨੁਸੂਚੀਆਂ ਨੂੰ ਆਪਾਂ ਕਹਿੰਦੇ ਨੇ ਸ਼ਡਿਊਲ। ਠੀਕ ਹੈ, ਉਹ ਟਾਈਮਾਂ ਦੀ ਗੱਲ ਕਰਦੇ ਆ। ਠੀਕ ਹੈ, ਪਰ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਅੱਜ ਦੇ ਟਾਈਮ ਦੇ ਵਿੱਚ ਆਪਣੇ ਕਿੰਨੇ ਆਰਟੀਕਲ ਹੈ, 448 ਆਰਟੀਕਲ ਹੈ ਆਪਣੇ। 400 ਨੈੱਟ 'ਤੇ ਜੇ ਤੁਸੀਂ ਸਰਚ ਮਾਰੋਗੇ 450 ਵੀ ਦਿਖਾ ਰਿਹਾ, 448 ਵੀ ਦਿਖਾ ਰਹੇ ਹੈ। ਤੁਹਾਨੂੰ ਨੇੜੇ ਆਪਸ਼ਨ ਨਹੀਂ ਮਿਲੂਗੀ, ਜਾਂ ਤੁਹਾਨੂੰ 448 ਮਿਲਿਆ ਦਿਸੂਗਾ ਜਾਂ ਤੁਹਾਨੂੰ 450 ਮਿਲਿਆ ਦਿਸੂਗਾ। ਜੇ 448 ਮਿਲ ਗਿਆ ਤਾਂ ਵੀ ਸਹੀ ਹੈ, ਜੇ 450 ਮਿਲ ਗਿਆ ਤਾਂ ਵੀ ਸਹੀ ਹੈ। ਅਤੇ ਪਾਰਟ ਕਿੰਨੇ ਅੱਜ ਦੇ ਟਾਈਮ ਦੇ ਵਿੱਚ ਆਪਣੇ 25 ਪਾਰਟ ਹੈ। ਠੀਕ ਹੈ, ਅਤੇ ਅਨੁਸੂਚੀਆਂ ਕਿੰਨੀਆਂ ਆਪਣੇ, ਅਨੁਸੂਚੀਆਂ ਅੱਜ ਦੇ ਟਾਈਮ ਦੇ ਵਿੱਚ ਹੈਗੀਆਂ ਆਪਣੇ 12। ਠੀਕ ਹੈ, ਉਹਨੂੰ ਆਹ ਕੱਟ ਦਿਓ, ਆਹ ਗਲਤ ਹੈਗਾ। ਠੀਕ ਹੈ, ਅਨੁਸੂਚੀਆਂ 12 ਸ਼ਡਿਊਲ। ਠੀਕ ਹੈ, ਇਹ ਗੱਲ ਬਸ ਦਿਮਾਗ 'ਚ ਬਿਠਾ ਲਓ। ਇਸ ਤੋਂ ਬਾਅਦ ਪ੍ਰਸ਼ਨ ਆ ਗਿਆ ਐਂਡ 'ਤੇ, ਕਹਿੰਦੇ ਸੰਵਿਧਾਨ ਸਭਾ ਦੀ ਅੰਤਮ ਬੈਠਕ ਕਿਦੋਂ ਹੋਈ ਸੀ। ਸੰਵਿਧਾਨ ਸਭਾ ਦੀ ਜਿਹੜੇ ਐਂਡ ਵਾਲੀ ਉਹ ਸੀ ਅੰਤਮ ਬੈਠਕ ਸੀ ਉਹ ਹੋਈ ਸੀ 24 ਜਨਵਰੀ 1950 ਨੂੰ। ਅਤੇ 24 ਜਨਵਰੀ 1950 ਨੂੰ ਆਪਾਂ ਕੀ ਕੀਤਾ ਸੀ, ਰਾਸ਼ਟਰੀ ਐਂਥਮ ਰਾਸ਼ਟਰੀ ਗੀਤ ਆਪਾਂ ਅਪਣਾ ਲਿਆ ਸੀ। ਅਤੇ ਇੱਕ ਆਪਾਂ ਹੋਰ ਕੀ ਕੀਤਾ ਸੀ, ਅਤੇ 22 ਜੁਲਾਈ ਨੂੰ ਆਪਾਂ ਕੀ ਕੀਤਾ ਸੀ, 22 ਜੁਲਾਈ 1947 ਨੂੰ ਕੀ ਕੀਤਾ ਸੀ ਆਪਾਂ, ਝੰਡਾ ਅਪਣਾਇਆ ਸੀ। ਕੀ ਬਣਾਇਆ ਸੀ ਆਪਾਂ, ਝੰਡਾ ਅਪਣਾਇਆ ਸੀ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਹੋਰ ਕੋਈ ਪੁਆਇੰਟ ਇੱਥੋਂ ਤੱਕ ਆਪਣੇ ਪੁਆਇੰਟ ਇਹ ਕਲੀਅਰ ਹੋ ਗਏ। ਠੀਕ ਹੈ, ਹੁਣ ਤੁਹਾਨੂੰ ਮੈਂ 1-2 ਚੀਜ਼ਾਂ ਲਿਖਾਉਣ ਲੱਗਿਆਂਗਾ, ਉਹ ਚੀਜ਼ਾਂ ਧਿਆਨ ਨਾਲ ਲਿਖ ਲਓ ਕਿਉਂਕਿ ਬਾਅਦ ਵਿੱਚ ਆਪਣੇ ਕੋਲ ਇੰਨਾ ਟਾਈਮ ਹੈ ਨਹੀਂ ਕਿ ਆਪਾਂ ਇੱਥੇ ਤੁਰੇ ਫਿਰ ਗਏ। 1 ਮਿੰਟ ਮੈਨੂੰ ਲੋਟ ਜਿਹਾ ਹੋ ਕੇ ਬੈਠਣ ਦਿਓ। ਹੁਣ ਜਿਹੜੀਆਂ ਚੀਜ਼ਾਂ ਲਿਖਾਉਣ ਲੱਗਿਆ ਮੈਂ ਧਿਆਨ ਨਾਲ ਸੁਣ ਲਿਆ ਪੁੱਤਰੋ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਮੇਟੀਆਂ ਲਿਖਾਉਣ ਲੱਗਿਆ, ਇੱਕ ਚੀਜ਼ ਲਿਖਾਉਣ ਲੱਗਿਆਂਗਾ। ਆਪਣੇ ਇੱਕ ਪਾਸ ਹੋਇਆ ਸੀ ਓਬਜੈਕਟਿਵ ਰੈਗੂਲੇਸ਼ਨ। ਠੀਕ ਹੈ, ਇਹ ਪ੍ਰਿੰਬਲ ਵੇਲੇ ਹੋਇਆ ਸੀ ਵੈਸੇ ਤਾਂ, ਉਹਨੂੰ ਯਾਦ ਰੱਖ ਲਿਓ। 13 ਦਸੰਬਰ, ਇਹ ਪੁਆਇੰਟ ਅੱਡ ਲਿਖ ਲਓ ਕਾਪੀ 'ਤੇ। 13 ਦਸੰਬਰ 1946 ਨੂੰ ਆਪਣੇ ਕੀ ਪਾਸ ਹੋਇਆ ਸੀ, ਓਬਜੈਕਟ
ਰੈਜੂਲੇਸ਼ਨ। ਠੀਕ ਹੈ, ਇਹ ਹੋਇਆ ਸੀ ਆਪਣੇ 13 ਦਸੰਬਰ 1946 ਨੂੰ। ਇੱਕ ਤਾਂ ਪ੍ਰਸ਼ਨ ਇਹ ਪੁੱਛਿਆ ਜਾਂਦਾ ਕਿ ਜਿਹੜਾ ਇਹ ਸੀ ਓਬਜੈਕਟਿਵ ਰੈਜੂਲੇਸ਼ਨ ਹੈ, ਇਹ ਕਿਦੋਂ ਦਾਇਰ ਕੀਤਾ ਗਿਆ ਸੀ? ਇਹ ਕੀਤਾ ਗਿਆ ਸੀ 13 ਦਸੰਬਰ 1946 ਨੂੰ ਕੀਤਾ ਗਿਆ ਸੀ। ਓਕੇ, ਇੱਕ ਪ੍ਰਸ਼ਨ ਇਹ। ਤੇ ਇਹ ਜਿਹੜਾ ਓਬਜੈਕਟਿਵ ਰੈਜੂਲੇਸ਼ਨ ਹੈ ਕਿਹਨੇ ਦਾਖਲ ਕੀਤਾ ਸੀ? ਇਹ ਕੀਤਾ ਸੀ ਆਪਣੇ ਪੰਡਿਤ ਜਵਾਹਰ ਲਾਲ ਨਹਿਰੂ ਨੇ। ਬਹੁਤ ਇੰਪੋਰਟੈਂਟ ਪ੍ਰਸ਼ਨ ਹੈ, ਇਹ ਤੋਂ ਵੱਧ ਤੁਹਾਨੂੰ ਪ੍ਰਸ਼ਨ ਪੁੱਛਿਆ ਨਹੀਂ ਜਾਊਗਾ ਯਾਰ। ਬਸ ਇੰਨੀ ਗੱਲ ਕਹਿਤੀ, ਜੇ ਤੁਹਾਨੂੰ ਮੇਰੇ ਇਹ ਤੋਂ ਬਾਹਰ ਪ੍ਰਸ਼ਨ ਆ ਗਿਆ ਤੁਸੀਂ ਮੈਨੂੰ ਆ ਕੇ ਕਹਿ ਦਿਓ ਯਾਰ। ਠੀਕ ਹੈ, ਇੱਥੋਂ ਤੱਕ ਕਲੀਅਰ ਆ ਸਾਰਾ। ਇਸ ਤੋਂ ਬਾਅਦ ਉਦੋਂ ਆਪਣੇ ਕਮੇਟੀਆਂ ਬਣੀਆਂ ਸੀ। ਕਿੰਨੀਆਂ ਕਮੇਟੀਆਂ ਬਣੀਆਂ ਸੀ ਉਦੋਂ ਆਪਣੇ? ਦੱਸੋ ਜੀ, ਉਦੋਂ ਆਪਣੇ ਕਿੰਨੀਆਂ ਕਮੇਟੀਆਂ ਬਣੀਆਂ ਸੀ? 22 ਕਮੇਟੀਆਂ ਬਣੀਆਂ ਸੀ। ਇੱਕ ਨਾ ਤੁਹਾਨੂੰ ਮੇਨ ਕਮੇਟੀਆਂ ਦੇ ਮੈਂਬਰਾਂ ਦੇ ਮੈਂ ਨਾਂ ਦੱਸ ਦਿੰਦਾ ਗਾ। ਅਤੇ ਉਹ ਤਾਂ ਵੈਸੇ ਤਾਂ ਬਹੁਤ ਨਾਂ ਹੈਗੇ, ਪਰ ਆਪਾਂ ਮੇਨ ਹੀ ਨਾਂ ਯਾਦ ਕਰਾਂਗੇ, ਬਾਹਲੇ ਨਹੀਂ ਯਾਦ ਕਰਦੇ। ਉਹ ਤੁਸੀਂ ਪਲੀਜ਼ ਲਿਖ ਲਓ ਪੁੱਤਰੋ। ਸਭ ਤੋਂ ਪਹਿਲਾਂ ਮੈਂ ਗੱਲ ਕਰਨ ਲੱਗਿਆ ਗਾ ਐਕਸਟਰਨਲ ਅਫੇਅਰ। ਠੀਕ ਹੈ, ਉਦੋਂ ਆਪਣੇ ਮੈਂਬਰ ਜਿਹੜੇ ਬਣਾਏ ਸੀ ਕੈਬਨਿਟ ਮਿਸ਼ਨ ਵੇਲੇ, ਉਹਦੀ ਗੱਲ ਕਰਦਾ ਕਿਹੜੀ ਕਮੇਟੀ ਦੇ ਕਿਹੜੇ ਮੈਂਬਰ ਬਣੇ ਸੀ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾਂਗਾ ਆਪਣੀ ਡਰਾਫਟ ਕਮੇਟੀ ਦੀ। ਠੀਕ ਹੈ, ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਡਰਾਫਟ ਕਮੇਟੀ। ਜਿਹੜੀ ਡਰਾਫਟ ਕਮੇਟੀ ਸੀ, ਡਰਾਫਟ ਕਮੇਟੀ ਲਿਖਿਆ ਹੋਊਗਾ, ਇਹਦਾ ਪ੍ਰਧਾਨ ਕੌਣ ਸੀ? ਡਾਕਟਰ BR ਅੰਬੇਦਕਰ। ਠੀਕ ਹੈ, ਇਸ ਤੋਂ ਬਾਅਦ ਪੁੱਛੀ ਜਾਊਗੀ ਆਪਾਂ ਤੋਂ ਇੱਕ ਹੋਰ ਪੁੱਛਿਆ ਜਾਂਦਾ ਹੁੰਦਾ ਕਿ ਆਪਣਾ ਡਿਫੈਂਸ ਮਿਨਿਸਟਰ ਕਿਹੜਾ ਸੀ? ਤਾਂ ਪਹਿਲਾਂ ਕਮੇਟੀਆਂ ਦੀ ਗੱਲ ਹੀ ਕਰ ਲਈਏ ਆਪਾਂ, ਮਿਨਿਸਟਰ ਬਾਅਦ 'ਚ ਦੱਸੋ। ਠੀਕ ਹੈ, ਇੱਕ ਤਾਂ ਹੈਗੀ ਸੀ ਡਰਾਫਟ ਕਮੇਟੀ। ਡਰਾਫਟ ਕਮੇਟੀ ਦਾ ਕੌਣ ਸੀ? BR ਅੰਬੇਦਕਰ ਸੀ। ਓਕੇ, ਇੱਕ ਆਪਣੇ ਹੈਗੀ ਸੀ ਯੂਨੀਅਨ ਪਾਵਰ ਕਮੇਟੀ, ਅਤੇ ਇੱਕ ਆਪਣੀ ਹੈਗੀ ਸੀ ਯੂਨੀਅਨ ਕੌਂਸਟੀਟਿਊਸ਼ਨ ਕਮੇਟੀ। ਇਹਨਾਂ ਦੋਨਾਂ ਕਮੇਟੀਆਂ ਦਾ ਪ੍ਰਧਾਨ ਕੌਣ ਸੀ? ਜਵਾਹਰ ਲਾਲ ਨਹਿਰੂ। ਕੌਣ ਸੀ ਇਹਨਾਂ ਦੋਨਾਂ ਕਮੇਟੀਆਂ ਦਾ ਮਾਲਕ? ਜਵਾਹਰ ਲਾਲ ਨਹਿਰੂ। ਠੀਕ ਹੈ, ਇਸ ਤੋਂ ਬਾਅਦ ਇੱਕ ਪੁੱਛਿਆ ਜਾਂਦਾ ਹੁੰਦਾ ਪ੍ਰਸ਼ਨ ਕਮੇਟੀ ਆਫ, ਇਹ ਭਾਵੇਂ ਤੁਸੀਂ ਰਹਿਣ ਦਿਓ, ਇਹਦੇ ਵਿੱਚ ਰਹਿਣ ਦਿਓ। ਉਹ ਤੁਹਾਨੂੰ ਦੱਸ ਦਿੰਦਾ ਕਿ ਆਪਣੇ ਇੱਕ ਹੋਮ ਇਨਫੋਰਮੇਸ਼ਨ ਐਂਡ ਬਰੋਡਕਾਸਟਿੰਗ, ਇਹਦਾ ਮਿਨਿਸਟਰ ਸੀ ਆਪਣਾ ਸਰਦਾਰ ਵੱਲਭ ਭਾਈ ਪਟੇਲ। ਹੋਮ ਇਨਫੋਰਮੇਸ਼ਨ ਬਰੋਡਕਾਸਟਿੰਗ ਦਾ। ਠੀਕ ਹੈ, ਇੱਕ ਆਪਣੇ ਹੈਗੀ ਸੀ ਡਰਾਫਟ ਕਮੇਟੀ ਵੀ ਤੁਹਾਨੂੰ ਦੱਸਤੀ, ਇਹ ਕਮੇਟੀਆਂ ਵੀ ਦੱਸਤੀਆਂ। ਇੱਕ ਆਪਣੇ ਹੁੰਦੀ ਸੀ ਹਾਊਸ ਕਮੇਟੀ। ਕਿਹੜੀ ਹੁੰਦੀ ਸੀ? ਇੱਕ ਆਪਣੇ ਹਾਊਸ ਕਮੇਟੀ। ਜਿਹੜੀ ਹਾਊਸ ਕਮੇਟੀ ਸੀ ਇਹਦੇ ਕੌਣ ਸੀ? ਇਹਦਾ ਹੈਗਾ ਸੀ ਪ੍ਰਤਾਪੀ ਸੀਤਾ ਰਮਈਆ। ਠੀਕ ਹੈ, ਇੱਕ ਹੁੰਦੀ ਸੀ ਆਪਣੇ ਫਿਨਾਂਸ ਐਂਡ ਸਟਾਫ ਕਮੇਟੀ। ਇਹ ਕਿਹਦੇ ਕੋਲ ਸੀ? ਇਹ ਕੀ ਸੀ ਆਪਣੇ ਰਜਿੰਦਰ ਪ੍ਰਸਾਦ ਕੋਲੇ। ਠੀਕ ਹੈ, ਬਸ ਆਹ ਕਮੇਟੀਆਂ ਯਾਦ ਕਰ ਲਓ। ਜ਼ਿਆਦਾ ਤੁਹਾਨੂੰ ਡਿਟੇਲ ਦੇ ਵਿੱਚ ਮੈਂ ਨਹੀਂ ਕਰਵਾਉਂਦਾ ਇਸ ਤੋਂ ਅੱਗੇ। ਠੀਕ ਹੈ, ਠੀਕ ਹੈ ਬੱਚਿਓ, ਅੱਜ ਦੇ ਲੈਕਚਰ ਵਾਸਤੇ ਇੰਨੀਆਂ ਚੀਜ਼ਾਂ। ਅਤੇ ਇਹ ਲੈਕਚਰ ਦੇ ਆਪਾਂ ਐਂਡ ਦੇ ਵਿੱਚ ਤੁਹਾਨੂੰ ਮੈਂ ਡੇਲੀ 2 ਹੈੱਡਕੁਆਟਰ ਯਾਦ ਕਰਨ ਵਾਸਤੇ ਦੱਸਿਆ ਕਰੂੰਗਾ, ਅਤੇ ਹਰੇਕ ਬੱਚੇ ਨੇ ਉਹ ਹੈੱਡਕੁਆਟਰ ਯਾਦ ਕਰਨੇ ਆ। ਠੀਕ ਹੈ, ਕਿਹੜੇ ਹੈੱਡਕੁਆਟਰ ਯਾਦ ਕਰਨੇ ਆ? 2 ਦੱਸਿਆ ਕਰੂ, ਬਾਹਰ ਨਹੀਂ ਦੱਸਿਆ ਕਰਦਾ, ਆਪਣੇ ਨਾਲ ਚੱਲੀ ਜਾਣਗੇ। ਇੱਕ ਤਾਂ ਕਰਨਾ ਆਪਾਂ ILU ਦਾ ਹੈੱਡਕੁਆਟਰ ਕਿੱਥੇ ਹੈ, ਇੱਕ ਯਾਦ ਕਰਨਾ ਆਪਾਂ IMF ਦਾ ਹੈੱਡਕੁਆਟਰ ਕਿੱਥੇ ਹੈ, ਇੱਕ ਆਪਾਂ ਯਾਦ ਕਰਨਾ UNICEF ਦਾ ਹੈੱਡਕੁਆਟਰ ਕਿੱਥੇ ਹੈ। ਬਸ 3 ਦੱਸਿਆ ਕਰੂੰਗਾ ਅਤੇ ਇਹ ਯਾਦ ਕਰ ਲਿਓ। ਜੇ ਤਾਂ ILU ਆ, ਇਹਦਾ ਮਤਲਬ ਹੈਗਾ ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ। ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ, ਇਹਦਾ ਹੈੱਡਕੁਆਟਰ ਕਿੱਥੇ ਹੈ? ਜਨੇਵਾ ਦੇ ਵਿੱਚ। ਜਨੇਵਾ ਕਿੱਥੇ ਹੈ? ਸਵਿਟਜ਼ਰਲੈਂਡ ਦੇ ਵਿੱਚ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇੱਕ ਹੁੰਦਾ ਆਪਣੀ IMF ਦੀ ਫੁੱਲ ਫਾਰਮ ਕੀ ਹੁੰਦੀ ਹੈ? ਇੰਟਰਨੈਸ਼ਨਲ ਮੋਨੇਟਰੀ ਫੰਡ। ਇਹਦਾ ਹੈੱਡਕੁਆਟਰ ਕਿੱਥੇ ਹੈ? ਵਾਸ਼ਿੰਗਟਨ DC ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਇਸ ਤੋਂ ਬਾਅਦ ਆ ਗਈ ਗੱਲ UNICEF ਦੀ। UNICEF ਦੀ ਫੁੱਲ ਫਾਰਮ ਵੀ ਯਾਦ ਕਰ ਲਓ, ਕਈ ਵਾਰੀ ਪੁੱਛ ਲੈਂਦੇ ਪੇਪਰ ਦੇ ਵਿੱਚ, ਇਹ ਤਾਂ ਪੱਕੀ ਪੁੱਛੀ ਜਾਣੀ ਹੈਗੀ ਸੋਤੋਂ, ਕਿਉਂਕਿ ਬੱਚਿਆਂ ਦਾ ਕੰਮ ਆ ਜਾਂਦਾ ਇਹਦੇ ਵਿੱਚ। ਇਹਦੀ ਫੁੱਲ ਫਾਰਮ ਦੇਖ ਲਓ, ਮੈਂ ਸਾਫ਼ ਮਿਠਾਈ 'ਚ ਲਿਖ ਦਿੰਦਾ, 1 ਮਿੰਟ। ਯੂਨਾਈਟਿਡ
ਨੇਸ਼ਨ ਇੰਟਰਨੈਸ਼ਨਲ ਨੂੰ ਭਾਈ ਆਪਾਂ ਹੀ ਲਿਖਿਆ ਕਰਾਂਗੇ, ਠੀਕ ਹੈ। ਚਿਲਡਰਨ ਇਜ ਐਮਰਜੈਂਸੀ ਫੰਡ। ਹੁਣ ਇਹ ਨਾ ਕਹਿ ਦਿਓ ਕਿ ਇਹ ਲਾਈਨ ਜੁੜਦੀ ਨਹੀਂ, ਆਈ ਹੋਇਆ ਇਹ, ਠੀਕ ਹੈ। ਤੇ ਇਹਦਾ ਹੈੱਡਕੁਆਟਰ ਕਿੱਥੇ ਹੈ? ਨਿਊਯਾਰਕ ਦੇ ਵਿੱਚ, ਠੀਕ ਹੈ। ਹੁਣ ਜੇ ਤੁਸੀਂ ਟ੍ਰਿਕ ਨਾਲ ਯਾਦ ਕਰਾਵਾਂ ਤੁਹਾਨੂੰ, ਮੈਂ ਟ੍ਰਿਕ ਦੇ ਨਾਲ ਯਾਦ ਕਰਾਂ ਨਾ, ਦੇਖੋ ILU ਦਾ ਮਤਲਬ ਕੀ ਹੈ? ਇਹ ਫੁੱਲ ਫਾਰਮ ਨਹੀਂ ਸੋਚੋ ਕਰੀ ਵੀ ਪੁੱਛੀ ਜਾਊਗੀ, ਫੁੱਲ ਫਾਰਮ ਕਲੀ ਸੋਸਾਇਟੀ ਪੁੱਛੀ ਜਾ ਸਕਦੀ ਹੈ, ਠੀਕ ਹੈ। ਉਹਨਾਂ ਦੀ ਫੁੱਲ ਫਾਰਮ ਨਹੀਂ ਪੁੱਛੀ ਜਾਣੀ, ਪੁੱਛਿਆ ਜਾਊਗਾ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਕਿੱਥੇ। ਤੁਸੀਂ ਕਿਵੇਂ ਯਾਦ ਕਰੋਗੇ ਟ੍ਰਿਕ ਨਾਲ? ਲੇਬਰ, ਜਿਹੜੇ ਬੰਦੇ ਲੇਬਰ ਕਰਦੇ ਆ, ਕਾਹਦੇ ਵਾਸਤੇ ਲੇਬਰ ਕਰਦੇ ਆ? ਉਹ ਜਿਉਣ ਵਾਸਤੇ ਹੀ ਲੇਬਰ ਕਰਦੇ ਆ, ਕਿ ਸਾਡੇ ਕੋਲ ਪੈਸਾ ਆਵੇ, ਅਸੀਂ ਵਿਚਾਰੇ ਜਿਉਣ ਵਾਸਤੇ ਰੁਪਈਆ ਕਮਾਉਂਦੇ ਆਪਾਂ। ਤਾਂ ਲੇਬਰ ਕਰਕੇ ਬੰਦਾ ਕੀ ਕਮਾਉਂਦਾ? ਪੈਸੇ। ਪੈਸੇ ਕਾਹਦੇ ਵਾਸਤੇ ਕਮਾਉਂਦਾ ਬੰਦਾ? ਇੱਕ ਮਿੰਟ, ਪੈਸੇ ਕਾਹਦੇ ਵਾਸਤੇ ਕਮਾਉਂਦਾ ਬੰਦਾ? ਜਿਉਣ ਵਾਸਤੇ। ਜਿਉਣ ਤੋਂ ਯਾਦ ਕਰ ਲਓ ਜਨੇਵਾ। ਉਹ ਜਿਵੇਂ ਇੰਟਰਨੈਸ਼ਨਲ ਮੋਨੈਟਰੀ ਫੰਡ, ਜੇ ਕਿਸੇ ਬੰਦੇ ਨੂੰ ਕੋਈ ਫੰਡ ਦੇ ਕੇ ਜਾਂਦਾ, ਠੀਕ ਹੈ, ਜੇ ਕੋਈ ਆਪਾਂ ਕਿਸੇ ਬੰਦੇ ਨੂੰ ਕੋਈ ਫੰਡ ਦੇ ਗਿਆ, ਆਪਾਂ ਤੋਂ ਪੁੱਛਦੇ ਕਿ ਵੀ ਤੈਨੂੰ ਫੰਡ ਕਿੰਨਾ ਦੇ ਕੇ ਗਿਆ ਫਲਾਨਾ ਬੰਦਾ, ਉਹ ਕਹੂਗਾ ਤੂੰ ਕੌਣ ਹੁੰਦਾ ਪੁੱਛਣਾ, ਤੂੰ ਕਿ ਮੇਰੇ DC ਲੱਗਿਆ ਯਾਰ, ਠੀਕ ਹੈ। ਤਾਂ ਇਹ ਤੋਂ ਯਾਦ ਕਰ ਲਓ DC, ਫੰਡ ਵਾਲੀ ਗੱਲ ਤੋਂ DC ਯਾਦ ਕਰ ਲਿਓ। ਇਸ ਤੋਂ ਬਾਅਦ ਯੂਨੀਸੈਫ ਤੋਂ ਗੱਲ ਕਰ ਲਓ। ਯੂਨੀਸੈਫ ਦੇ ਵਿੱਚ ਕਾਹਦੀ ਗੱਲ ਹੋ ਰਹੀ ਹੈ? ਚਿਲਡਰਨ ਦੀ। ਚਿਲਡਰਨ ਕੀ ਕਰਦੇ ਆ? ਨਵੀਆਂ ਨਵੀਆਂ ਚੀਜ਼ਾਂ ਸਿੱਖਦੇ ਆ। ਤਾਂ ਇਹ ਤੋਂ ਯਾਦ ਕਰ ਲਓ ਬੱਚੇ ਕੀ ਸਿੱਖਦੇ? ਨਵੀਆਂ ਨਵੀਆਂ ਚੀਜ਼ਾਂ, ਨਿਊ ਚੀਜ਼ਾਂ, ਨਿਊਯਾਰਕ, ਠੀਕ ਹੈ। ਤਾਂ ਐਂ ਟ੍ਰਿਕ ਨਾਲ ਯਾਦ ਕਰ ਲਿਓ। 3 ਹੈੱਡਕੁਆਟਰ ਵੀ ਥੋੜ੍ਹੇ ਯਾਦ ਕਰਾਤੇ ਮੈਂ ਨਾਲ, ਠੀਕ ਹੈ। ਤਾਂ ਇਹ ਪੇਪਰ ਦੇ ਵਿੱਚ ਪੁੱਛੇ ਜਾਣਗੇ ਫੁੱਲ। ਅਤੇ ਪਲੀਟੀ ਆਪਾਂ ਬਸ ਜਲਦੀ ਤੋਂ ਜਲਦੀ 3-4 ਦਿਨਾਂ ਦੇ ਵਿੱਚ ਆਪਾਂ ਪਲੀਟੀ ਨਿਬੇੜ ਕੇ ਟੈਸਟ ਸ਼ੁਰੂ ਕਰ ਦੇਣੇ ਆ, ਠੀਕ ਹੈ। ਅਤੇ ਜਿਹੜੀਆਂ ਨਾਲ ਤੁਹਾਨੂੰ ਐਕਸਟਰਾ ਚੀਜ਼ਾਂ ਲਿਖਾਈਆਂ ਇਹ ਕਦੇ ਨਹੀਂ ਭੁੱਲਣੀਆਂ। ਓਕੇ ਜੀ, ਅਤੇ ਧੰਨਵਾਦ। ਦੱਸੋ ਲੈਕਚਰ ਕਿਵੇਂ ਲੱਗਿਆ, ਅਤੇ PDF ਮੇਰਾ ਭਾਈ ਟੈਲੀਗ੍ਰਾਮ 'ਚ ਤੁਹਾਨੂੰ ਸੁਬਾਹ ਸੈਂਡ ਕਰ ਦੂੰਗਾ। ਧੰਨਵਾਦ।